ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਚਵਰ ਤਖਤ ਛਤਰ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਦੀ ਕਿਰਪਾ ਬਖਸ਼ਿਸ਼ ਹੋਈ ਹੈ। ਸ਼ਾਮ ਦਾ ਸਮਾਂ ਜੋ ਸਤਸੰਗ ਘੜੀਆਂ ਪ੍ਰਾਪਤ ਹੋਈਆਂ ਹਨ, ਪਵਿੱਤਰ ਇਤਿਹਾਸ ਦੀ ਕਥਾ ਜੋ ਕਿ ਮਹਾਨ ਵਿਦਵਾਨ ਪੰਥ ਰਤਨ ਗਿਆਨੀ ਗਿਆਨ ਸਿੰਘ ਜੀ ਉਹਨਾਂ ਦੁਆਰਾ ਰਚਿਤ ਤਵਾਰੀਖ ਗੁਰੂ ਖਾਲਸਾ ਗ੍ਰੰਥ, ਜੋ ਕਿ ਬਹੁਤ ਹੀ ਸਰਲ ਸੰਖੇਪ ਵਾਰਤਕ ਸਾਖੀਆਂ ਦੁਆਰਾ ਗਿਆਨੀ ਜੀ ਨੇ ਇਤਿਹਾਸ ਲਿਖਿਆ ਹੈ। ਤਵਾਰੀਖ ਗੁਰੂ ਖਾਲਸੇ ਦਾ ਤੀਜਾ ਭਾਗ ਆਪਾਂ ਤੀਜੇ ਭਾਗ ਦਾ ਪਹਿਲਾ ਹਿੱਸਾ, ਜਿਹਦੇ ਵਿੱਚ ਮਿਸਲਾਂ ਦਾ ਇਤਿਹਾਸ ਦਿੰਦਿਆਂ ਇਹ 10ਵੀਂ ਮਿਸਲ ਸ਼ੁਕਰਾ ਚੱਕੀਆ ਮਿਸਲ ਸ਼ੁਕਰ ਚੱਕੀਆ, ਇਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਤੇ ਸਿੱਖ ਰਾਜ ਦਾ ਸਾਰਾ ਇਤਿਹਾਸ ਦਿੰਦਿਆਂ ਹੋਇਆਂ ਕੱਲ ਆਪਾਂ ਇੱਥੇ ਤੱਕ ਸਾਖੀਆਂ ਸਰਵਣ ਕੀਤੀਆਂ ਕਿ ਕਿਵੇਂ ਤੇਜਾ ਸਿੰਘ ਲਾਲ ਸਿੰਘ ਜਿਹੜੇ ਕਿ ਕਾਬਜ ਹੋਏ ਸਨ। ਮਹਾਰਾਜਾ ਦਲੀਪ ਸਿੰਘ ਦੀ ਉਮਰ ਛੋਟੀ ਹੈ, ਮਹਾਰਾਣੀ ਜਿੰਦ ਕੌਰ ਨੂੰ ਭਰਮਾਇਆ ਹੋਇਆ ਹੈ। ਉਹਦੇ ਨਾਮ ਉੱਤੇ ਹੀ ਝੂਠੀਆਂ ਗੱਲਾਂ ਸਿੱਖ ਫੌਜਾਂ ਵਿੱਚ ਫੈਲਾ ਦਿੰਦੇ ਸਨ ਕਿ ਮਹਾਰਾਣੀ ਨੇ ਆਹ ਗੱਲ ਕਹੀ, ਮਹਾਰਾਣੀ ਨੇ ਆਹ ਗੱਲ ਕਹੀ। ਫਿਰ ਮੁੱਦਕੀ ਤੇ ਫੇਰੂ ਸ਼ਹਿਰ ਦੀ ਜੰਗ ਜਿੱਤਦੇ ਜਿੱਤਦੇ ਇਹ ਤੇਜਾ ਸਿੰਘ ਲਾਲ ਸਿੰਘ ਇਹਨਾਂ ਦੇ ਧੋਖੇ ਫਰੇਬ ਕਰਕੇ ਸਿੱਖਾਂ ਨੂੰ ਅੰਗਰੇਜ਼ਾਂ ਤੋਂ ਇਹਨਾਂ ਜੰਗਾਂ ਦੇ ਵਿੱਚ ਹਾਰ ਵੇਖਣੀ ਪਈ। ਔਰ ਕੋਈ ਨਾ ਕੋਈ ਇਹ ਸ਼ੋਸ਼ੇ ਛੱਡਦੇ ਰਹਿੰਦੇ ਸਨ। ਤਾਂ ਇਹ ਸਾਰਾ ਸਿੱਟਾ ਜਿਹੜੀ ਹਾਰ ਹੋਈ ਖਾਲਸਾ ਫੌਜ ਦੀ ਇਹਨਾਂ ਬੇਈਮਾਨਾਂ ਦਾ ਹੈ। ਤੇ ਹੁਣ ਇਸ ਤਰ੍ਹਾਂ ਦੀ ਗੱਲ ਫੈਲਾਤੀ ਕਿ ਲੜਾਈ ਜਿਹੜੇ ਹਾਰ ਕੇ ਜੇ ਲਾਹੌਰ ਵਿੱਚ ਆਏ ਤੇ ਮਹਾਰਾਣੀ ਜਿੰਦ ਕੌਰ ਕਹਿੰਦੀ ਆ ਉਹਨਾਂ ਨੂੰ ਫੜ ਕੇ ਗ੍ਰਿਫਤਾਰ ਕਰ ਲਿਆ ਜਾਣਾ। ਇਹੋ ਜਿਹੀਆਂ ਗੱਲਾਂ ਜਿਹੜੀਆਂ ਸਨ ਤੇ ਉਹਨਾਂ ਹੀ ਦਿਨਾਂ ਦੇ ਵਿੱਚ ਮਹਾਰਾਣੀ ਜਿੰਦ ਕੌਰ ਦੇ ਬਾਰੇ ਇਹ ਵੀ ਗੱਲ ਫੈਲਾਈ ਇਹਨਾਂ ਤੇਜਾ ਸਿੰਘ ਲਾਲ ਸਿੰਘ ਨੇ
ਕਿ ਰਾਣੀ ਜਿੰਦਾ ਨੇ ਗੱਲ ਕਹੀ ਆ ਸਿੱਖਾਂ ਨੂੰ ਇੱਕ ਤਰ੍ਹਾਂ ਨਾਲ ਭੜਕਾਉਣ ਦੇ ਵਾਸਤੇ। ਇਹਨਾਂ ਨੇ ਅਫਵਾਹ ਉਡਾਤੀ ਕਿ ਜੋ ਰਣਜੋਧ ਸਿੰਘ ਸਰਦਾਰ ਹੈ ਉਹਨੇ ਸਤਲੁਜ ਲੰਘ ਕੇ ਲੁਧਿਆਣੇ ਦੀ ਜਿਹੜੀ ਛਾਉਣੀ ਹੈ ਅੰਗਰੇਜ਼ਾਂ ਦੀ ਉਹ ਸਾੜ ਸੁੱਟੀ ਤੇ ਸ਼ਹਿਰ ਤੇ ਕਬਜ਼ਾ ਕਰ ਲਿਆ। ਤੇ ਤੁਸੀਂ ਖਾਲਸਾ ਫੌਜਾਂ ਨੂੰ ਕਿਹਾ ਅਜੇ ਤੱਕ ਹਰੀਕੇ ਪੱਤਣ ਤੇ ਬੈਠੇ ਹੋ, ਤੁਸੀਂ ਦੁਸ਼ਮਣ ਦੀ ਫੌਜ ਤੇ ਕਿਉਂ ਨਹੀਂ ਹਮਲਾ ਕਰਦੇ। ਹਾਲਾਂਕਿ ਉਸ ਵੇਲੇ ਤੱਕ ਜਿਹੜਾ ਰਣਜੋਧ ਸਿੰਘ ਫਲੌਰ ਹੱਥ ਤੇ ਹੱਥ ਧਰੀ ਬੈਠਾ ਸੀ, ਉਹਨੇ ਕੋਈ ਅੰਗਰੇਜ਼ਾਂ ਨਾਲ ਲੜਾਈ ਨਹੀਂ ਸੀ ਕੀਤੀ। ਹਰੀਕੇ ਪੱਤਣ ਤੇ ਜਿਹੜੀ ਫਿਰ ਸਿੱਖ ਫੌਜ ਠਹਿਰੀ ਹੋਈ ਸੀ ਉਹਦਾ ਅਫਸਰ ਤੇਜ ਸਿੰਘ ਇਹਦੇ ਟਾਕਰੇ ਤੇ ਜਿਹੜੀ ਅੰਗਰੇਜ਼ੀ ਫੌਜ ਸੀ ਉਹਨੂੰ ਹੁਣ ਮਦਦ ਤੇ ਰਸਦ ਦੀ ਲੋੜ ਸੀ। ਉਹ ਉਡੀਕ ਵਿੱਚ ਨਿਢਾਲ ਹੋਈ ਬੈਠੀ ਸੀ। ਇੱਕ ਤਾਂ ਰਸਦ ਘੱਟ ਸੀ, ਦੂਜਾ ਵੱਡੇ ਅਫਸਰ ਮਾਰੇ ਜਾ ਚੁੱਕੇ ਸੀ ਜੀ ਤੋਂ ਇੰਨੀ ਕਮਜ਼ੋਰ ਸੀ ਕਿ ਉਹਨਾਂ ਦਾ ਤੇ ਵਰਣਨ ਕਰਨਾ ਹੀ ਸੰਭਵ ਹੈ। ਫਿਰ ਗੋਲਾ ਬਰੂਦ ਵੀ ਉੱਕਾ ਹੀ ਮੁੱਕ ਚੁੱਕਿਆ ਸੀ। ਤੀਜੀ ਗੱਲ, ਸਿੱਖਾਂ ਦੀਆਂ ਜਿਹੜੀਆਂ ਤੋਪਾਂ ਅੰਗਰੇਜ਼ਾਂ ਦੇ ਹੱਥ ਆਈਆਂ ਸੀ ਉਹਨਾਂ ਨੂੰ ਤਾਂ ਸਿੱਖ ਤਾਂ ਗੇਂਦ ਵਾਂਗ ਲਈ ਫਿਰਦੇ ਆ, ਪਰ ਗੋਰਿਆਂ ਤੋਂ ਹਿਲਦੀਆਂ ਨਹੀਂ ਸੀ। ਜਿਹੜੇ ਸਿੱਖ ਸਰਦਾਰਾਂ ਨੂੰ ਅੰਗਰੇਜ਼ਾਂ ਨੇ ਤੰਗ ਕਰਕੇ ਰੱਖਿਆ ਸੀ ਉਹ ਬਾਹਰੋਂ ਅੰਗਰੇਜ਼ਾਂ ਦੇ ਨਾਲ ਤੇ ਅੰਦਰੋਂ ਅੰਦਰੀ ਮਦਦ ਖਾਲਸਾ ਫੌਜ ਦੀ ਕਰਨ ਲੱਗ ਗਏ। ਪੰਜਵਾਂ ਐਸਾ ਹੋਇਆ ਕਿ ਫਿਰੋਜ਼ਪੁਰ ਦਾ ਸਾਰਾ ਇਲਾਕਾ ਬੇਅਮਨੀ ਦਾ ਕੇਂਦਰ ਬਣ ਗਿਆ ਤੇ ਸਰਦਾਰ ਅਜੀਤ ਸਿੰਘ ਬੱਦੋਵਾਲੀਆ ਇਹਦਾ ਇਲਾਕਾ ਅੰਗਰੇਜ਼ਾਂ ਨੇ ਖੋਲ੍ਹਿਆ ਸੀ। ਉਹਨੇ ਲੁਧਿਆਣੇ ਦੀ ਸੌਣੀ ਛਾੜ ਕੇ ਜਿਹੜੀ ਛਾਉਣੀ ਸੀ ਉਹਨੂੰ ਸਾੜਤਾ ਤੇ ਬੱਦੋਵਾਲ ਤੇ ਕਬਜ਼ਾ ਉਹਨੇ ਕਰ ਲਿਆ ਸੀ। ਫਿਰ ਛੇਵੀਂ ਗੱਲ, ਮੁਕਤਸਰ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲਾਂ ਦੀ ਬੇਅੰਤ ਸੈਨਾ ਨੂੰ ਸ਼ਿਕਸਤ ਦਿੱਤੀ, ਉਹਦਾ ਦਰਵਾਜ਼ਾ ਵੀ ਅੰਗਰੇਜ਼ਾਂ ਵਾਸਤੇ ਬੰਦ ਹੋ ਗਿਆ ਸੀ। ਉਸ ਇਲਾਕੇ ਦੇ ਧਰਮਕੋਟ ਆਦਿਕ ਕਿਲੇ ਵਾਲਿਆਂ ਨੇ ਰਸਦ ਆਦਿਕ ਦੇਣ ਤੋਂ ਇਨਕਾਰ ਕਰਤਾ ਸੀ। ਸੱਤਵੀਂ ਗੱਲ, ਅੰਗਰੇਜ਼ਾਂ ਨੂੰ ਇੱਕ ਹੋਰ ਡਰ ਇਹ ਸੀ ਕਿ ਵਾਇਸਰਾਏ ਦੇ ਲਿਖਣ ਤੇ ਦਿੱਲੀ ਤੇ ਆਗਰੇ ਤੋਂ ਸ਼ਾਹੀ ਖਜ਼ਾਨਾ ਆ ਰਿਹਾ ਸੀ। ਉਹਦੀ ਉਡੀਕ ਵਿੱਚ ਹੀ ਫੌਜ ਬੈਠੀ ਸੀ ਕਿ ਉਹ ਆਵੇ ਤਾਂ ਹਮਲਾ ਕੀਤਾ ਜਾਊ, ਔਰ ਇਹਦੇ ਲੁੱਟੇ ਜਾਣ ਦਾ ਡਰ ਅੰਗਰੇਜ਼ਾਂ ਨੂੰ ਵੀ ਬੇਤਾਬ ਕਰ ਰਿਹਾ ਸੀ। ਉਹ ਹਰ ਵੇਲੇ ਦੁਆਵਾਂ ਮੰਗਦੇ ਸਨ ਕਿਸੇ ਤਰ੍ਹਾਂ ਉਹ ਖਜ਼ਾਨਾ ਸਹੀ ਸਲਾਮਤ ਪਹੁੰਚ ਜੇ। ਅੰਗਰੇਜ਼ੀ ਫੌਜ ਦੀਆਂ ਇਹਨਾਂ ਸਾਰੀਆਂ ਗੱਲਾਂ ਦੀ ਖਬਰ ਉਸ ਤੇਜ ਸਿੰਘ ਨੂੰ ਸੀ ਤੇ ਜੇ ਕਦੇ ਉਹ ਥੋੜੀ ਜੀ ਫੌਜ ਚੁਪਾਤੇ ਭੇਜ ਦਿੰਦਾ ਤਾਂ ਦਿੱਲੀ ਤੋਂ ਆ ਰਿਹਾ ਮੈਗਜ਼ੀਨ ਨੂੰ ਰੁਪਈਆ ਰਾਹ ਵਿੱਚ ਲੈ ਸਕਦਾ ਸੀ। ਤੇ ਇਸੇ ਸਮੇਂ ਜੇ ਕਦੇ ਅੰਗਰੇਜ਼ੀ ਫੌਜ ਤੇ ਹਮਲਾ ਕਰ ਦਿੰਦਾ ਤਾਂ ਲੜਾਈ ਜਿੱਤੀ ਪਈ ਸੀ। ਪਰ ਤੇਜਾ ਸਿੰਘ ਨੂੰ ਤਾਂ ਆਪਣੀ ਪੂਰੀ ਨਿਮਕ ਹਲਾਲੀ ਵਿਖਾਉਣ ਦੇ ਮੌਕੇ ਦੀ ਭਾਲ ਸੀ। ਇਸ ਕਰਕੇ ਜਦੋਂ ਤੱਕ ਅੰਗਰੇਜ਼ਾਂ ਨੂੰ ਪਿੱਛੋਂ ਹਰ ਤਰ੍ਹਾਂ ਦਾ ਸਮਾਨ ਤੇ ਖਜ਼ਾਨਾ ਨਾ ਮਿਲ ਗਿਆ ਉਦੋਂ ਤੱਕ ਉਹਨੇ ਸਿੱਖਾਂ ਨੂੰ ਹੱਥ ਨਹੀਂ ਹਿਲਾਉਣ ਦਿੱਤੇ, ਕੁਝ ਨਾ ਕੁਝ ਕਹਿ ਕੇ ਰੋਕੀ ਰੱਖਿਆ। ਹੀਰੇ ਫੇਰੂ ਸ਼ਹਿਰ ਦੀ ਲੜਾਈ ਨੇ ਅੰਗਰੇਜ਼ਾਂ ਨੂੰ ਬੜੇ ਹੁਸ਼ਿਆਰ ਕਰਤਾ। ਮੈਦਾਨੇ ਜੰਗ ਵਿੱਚ ਆਪਣੇ ਨਾਮ ਦੀ ਗੌਰਵਤਾ ਕਾਇਮ ਰੱਖਣ ਦੇ ਵਾਸਤੇ ਹਰ ਇੱਕ ਉਚਿਤ ਢੰਗ ਵਰਤਣ ਲੱਗੇ। ਸਾਰੇ ਹਿੰਦ ਵਿੱਚ ਜਿੱਥੇ ਜਿੱਥੇ ਇਹਨਾਂ ਦੀ ਫੌਜ ਸੀ ਉਹਨਾਂ ਦੇ ਬਹਾਦਰ ਜਰਨੈਲ ਸਾਰਿਆਂ ਨੂੰ ਆਪਣੀਆਂ ਫੌਜਾਂ ਸਮੇਤ ਅੰਗਰੇਜ਼ਾਂ ਨੇ ਪੰਜਾਬ ਵੱਲ ਨੂੰ ਆਉਣ ਦਾ ਹੁਕਮ ਦੇ ਦਿੱਤਾ। ਦਿੱਲੀ ਤੇ ਆਗਰੇ ਤੋਂ ਖਜ਼ਾਨਾ ਤੇ ਮੈਗਜ਼ੀਨ ਮੰਗਵਾਉਣ ਵਾਸਤੇ ਆਦਮੀ ਭੇਜੇ। ਅੰਗਰੇਜ਼ੀ ਫੌਜ ਇਸ ਉਡੀਕ ਵਿੱਚ ਬੈਠੀ ਰਾਹ ਵੇਖ ਰਹੀ ਹੈ ਤੇ ਰਣਜੋਧ ਸਿੰਘ ਮਜੀਠੀਆ ਫਲੌਰ ਬੈਠਾ ਹੋਇਆ ਸੀ। ਉਹਨੇ ਸਤਲੁਜ ਲੰਘ ਕੇ ਲੁਧਿਆਣੇ ਤੇ ਹੱਲਾ ਬੋਲਤਾ। ਰਾਜਾ ਅਜੀਤ ਸਿੰਘ ਲਾਡੂਏ ਵਾਲੇ ਨੇ ਵੀ, ਜਿਹਦਾ ਬੱਦੋਵਾਲ ਦੇ ਇਲਾਕੇ ਨੂੰ ਬਿਨਾਂ ਕਿਸੇ ਕਸੂਰ ਦੇ ਹੀ ਗਵਰਨਮੈਂਟ ਨੇ ਖੋਲ੍ਹਿਆ ਸੀ, ਉਸੇ ਦਿਨ ਆਪਣੀ ਫੌਜ ਲਿਜਾ ਕੇ ਉਹ ਛਾਉਣੀ ਨੂੰ ਸਾੜ ਦਿੱਤਾ ਤੇ ਲਾਹੌਰ ਦੀ ਫੌਜ ਨਾਲ ਮਿਲਣ ਵਾਸਤੇ ਉਧਰ ਨੂੰ ਚੱਲ ਪਿਆ। ਇਉਂ ਬੱਦੋਵਾਲ ਕਿਲੇ ਵਿੱਚ ਜਾ ਵੜਿਆ। ਉਸ ਵੇਲੇ ਲੁਧਿਆਣੇ ਦੀ ਫੌਜ ਕੇਵਲ ਕਿਲੇ ਦਾ ਪ੍ਰਬੰਧ ਰੱਖਣ ਦੇ ਯੋਗ ਬਹੁਤੀ ਨਹੀਂ ਸੀ। ਲੁਧਿਆਣੇ ਤੋਂ ਫਿਰੋਜ਼ਪੁਰ ਦੇ ਇਲਾਕੇ ਵਿੱਚ ਆਪਾ ਧਾਪੀ ਮੱਚੀ ਹੋਈ ਸੀ। ਅੰਗਰੇਜ਼ੀ ਫੌਜ ਨੂੰ ਰਾਸ਼ਨ ਦਾ ਬੜਾ ਤੋੜਾ ਸੀ। ਇਸ ਕਰਕੇ ਕੁਝ ਫੌਜ ਬੀਕਾਨੇਰ ਦੇ ਮੁਕਤਸਰ ਦੇ ਕਿਲੇ ਵਿੱਚ ਰੱਖੀ ਗਈ।
17 ਜਨਵਰੀ 1847 ਈਸਵੀ ਨੂੰ ਜਨਰਲ ਹੈਨਰੀ ਸਮਿਥ ਉਹਨੂੰ ਧਰਮਕੋਟ ਆਦਿਕ ਫਤਿਹ ਕਰਨ ਵਾਸਤੇ ਭੇਜਿਆ ਗਿਆ। ਇੱਕ ਬ੍ਰਿਗੇਡ ਫੌਜ ਦਾ ਉਹਦੇ ਨਾਲ ਸੀ। ਬਿਨਾਂ ਕੋਈ ਖੂਨ ਵੀਟੇ ਦੇ ਇਹ ਕਿਲ੍ਹਾ ਉਹਦੇ ਹੱਥ ਆ ਜਾਣ ਦੇ ਕਾਰਨ ਰਸਦ ਦੀ ਆਵਾਜਾਈ ਬਿਨਾਂ ਕਿਸੇ ਰੋਕ ਟੋਕ ਦੇ ਸ਼ੁਰੂ ਹੋ ਗਈ। ਇਸ ਫੌਜ ਦੇ ਭੇਜਣ ਦਾ ਮਨੋਰਥ ਇਹ ਸੀ ਕਿ ਦਿੱਲੀ ਤੋਂ ਆਗਰੇ ਵੱਲੋਂ ਆਉਣ ਵਾਲੇ ਮੈਗਜ਼ੀਨ ਕਹਿੰਦੇ ਜਿਹਦੇ ਵਿੱਚ ਸਾਰਾ ਬਰੂਦ ਇਤਿਆਦਿਕ ਹੁੰਦਾ ਤੇ ਖਜ਼ਾਨੇ ਦੀ ਰਖਵਾਲੀ ਕੀਤੀ ਜਾਵੇ। ਨਿੱਕੇ ਨਿੱਕੇ ਸਰਦਾਰ ਜਿਹੜੇ ਰਾਸ਼ਨ ਦੇ ਆਉਣ ਦੇ ਵਿੱਚ ਰੁਕਾਵਟਾਂ ਪਾਉਂਦੇ ਸੀ ਉਹਨਾਂ ਤੋਂ ਰਾਹ ਸਾਫ਼ ਕੀਤਾ ਜਾਵੇ। ਪਰ ਜਿਹੜਾ ਇਹ ਸਮਿਥ ਸੀ ਇਹਨੇ ਲੁਧਿਆਣੇ ਦਾ ਹਾਲ ਸੁਣਦਿਆਂ ਇੱਧਰ ਘੋੜੇ ਦੀਆਂ ਵਾਂਗਾਂ ਮੋੜਤੀਆਂ। 20 ਜਨਵਰੀ ਨੂੰ ਇਹ ਜਗਰਾਓਂ ਪਹੁੰਚ ਗਿਆ। ਤਦ ਫਿਰ ਉੱਥੇ ਸਰਦਾਰ ਨਿਹਾਲ ਸਿੰਘ ਆਹਲੂਵਾਲੀਏ ਦੇ ਕਰਮਚਾਰੀਆਂ ਨੇ 1805 ਦੇ ਇਕਰਾਰਨਾਮੇ ਅਨੁਸਾਰ ਆਪਣਾ ਕਿਲ੍ਹਾ ਫਿਰ ਇਹਦੇ ਹਵਾਲੇ ਕਰਤਾ ਤੇ ਰਾਸ਼ਨ ਆਦਿਕ ਦੀ ਇਹਨੂੰ ਮਦਦ ਦੇਣੀ ਪਈ ਕਿਉਂਕਿ ਇਕਰਾਰਨਾਮਾ ਹੋਇਆ ਸੀ। ਉਹ ਹੁਣ ਆਪਣੇ 3000 ਸਵਾਰ 4000 ਪੈਦਲ ਤੇ 18 ਤੋਪਾਂ ਲੈ ਕੇ ਰਾਤੋਂ ਰਾਤ ਚੱਲ ਕੇ ਅਗਲੇ ਦਿਨ 9 ਵਜੇ ਦੇ ਕਰੀਬ ਸਿੱਖ ਫੌਜ ਨੂੰ ਇੱਕ ਪਾਸੇ ਛੱਡਦਾ ਹੋਇਆ ਇਉਂ ਬੱਦੋਵਾਲ ਤੋਂ 2 ਕੁ ਖੱਬੇ ਹੱਥ ਹੋ ਕੇ ਡਬਲ ਕੂਚ ਕਰਦਾ ਨਿਕਲਦਾ ਜਾ ਰਿਹਾ ਸੀ। ਇਸ ਖਿਆਲ ਤੋਂ ਕਿ ਜੇ ਸਿੱਖ ਫੌਜ ਨੇ ਹਮਲਾ ਕੀਤਾ ਤਦੋਂ ਜਿਹੜੀ ਰਸਦ ਹੈ ਉਹ ਇਹੋ ਜਿਹਾ ਸਮਾਨ ਉਹ ਬਚ ਕੇ ਲੁਧਿਆਣੇ ਪਹੁੰਚ ਜਾਊਗਾ। ਸਮਾਨ ਨੂੰ ਖੱਬੇ ਹੱਥ ਰੱਖਿਆ, ਆਪ ਸੱਜੇ ਹੱਥ ਚੱਲਿਆ। ਪਰ ਸਿੱਖ ਤਾਂ ਪਹਿਲਾਂ ਹੀ ਇਹਨਾਂ ਦੀ ਤਾੜ ਵਿੱਚ ਬੈਠੇ ਸੀ। ਜਦੋਂ ਅੰਗਰੇਜ਼ੀ ਫੌਜ ਇਹਨਾਂ ਦੀ ਨਜ਼ਰੀ ਪਈ ਤਾਂ ਧੜਾ ਧੜ ਗੋਲੇ ਮਾਰਨੇ ਸ਼ੁਰੂ ਕਰਤੇ, ਜਿਨ੍ਹਾਂ ਦਾ ਲਗਾਤਾਰ ਜਵਾਬ ਜਨਰਲ ਸਮਿਥ ਨੂੰ ਵੀ ਦੇਣਾ ਪਿਆ। ਹੁਣ ਇਸ ਇਲਾਕੇ ਵਿੱਚ ਵੀ ਆਪਾਂ ਤੇ ਵੇਖਦੇ ਹਾਂ ਹੁਣ ਜਿੰਨਾ ਲੁਧਿਆਣਾ ਫੈਲ ਗਿਆ ਇਹ ਉਹ ਸਮਿਆਂ ਦੀ ਗੱਲ ਨਹੀਂ। ਉਦੋਂ ਤਾਂ ਘੰਟਾ ਘਰ ਦਾ ਆਲਾ ਦੁਆਲਾ ਜਿਹਾ ਹੀ ਸੀ ਤੇ ਉਦੋਂ ਤਾਂ ਜਿਹੜਾ ਹੁਣ ਬੱਦੋਵਾਲ ਆਪਾਂ ਉਰਲੇ ਪਾਸੇ ਵੇਖਦੇ ਤੇ ਬਹੁਤ ਦੂਰ ਲੱਗਦਾ ਸੀ ਲੁਧਿਆਣੇ ਤੋਂ। ਤੇ ਇਸ ਤਰ੍ਹਾਂ ਇੱਥੇ ਤਾਂ ਬਾਲੂ ਰੇਤ ਹੁੰਦਾ ਕੁਦਰਤੀ ਜਿਹੜੀ ਉੱਡ ਉੱਡ ਰੇਤੇ ਟਿੱਬੇ ਸੀ ਜਿਹੜੇ ਹੁਣ ਇਸ ਇਲਾਕੇ ਵਿੱਚ ਬਹੁਤੇ ਸਨ ਤੇ ਉਹਨਾਂ ਦੀ ਆੜ ਵਿੱਚ ਲੜਦੇ ਹੋਏ ਇਸ ਆਸ ਤੇ ਕਿ ਕਿਸੇ ਤਰ੍ਹਾਂ ਇਉਂ ਲੜਦੇ ਲੁਧਿਆਣੇ ਪਹੁੰਚ ਜਾਈਏ ਉੱਧਰ ਨੂੰ ਕਦਮ ਉਠਾਉਂਦੇ ਚਲੇ ਗਏ। ਕਿਧਰੇ ਕਿਧਰੇ ਪਿਛਲੀ ਫੌਜ ਨੂੰ ਮਿਲਾਉਣ ਲਈ ਠਹਿਰ ਕੇ ਵੀ ਗੋਲਾਬਾਰੀ ਕਰਦੇ ਰਹੇ। ਪਰ 3 ਕੋਹ ਤੱਕ ਪੁੱਜੇ ਹੋਣਗੇ ਕਿ ਸਿੱਖਾਂ ਨੇ ਬੜੇ ਜੋਸ਼ ਦੇ ਵਿੱਚ ਆ ਕੇ ਐਸਾ ਹੱਲਾ ਕੀਤਾ, ਇੰਨੀ ਤੇਜ਼ੀ ਨਾਲ ਤਲਵਾਰ ਚਲਾਈ ਕਿ ਸੈਂਕੜੇ ਗੋਰੇ ਮੈਦਾਨ ਦੇ ਵਿੱਚ ਲਟਾਤੇ। ਭਾਵੇਂ ਅੰਗਰੇਜ਼ੀ ਫੌਜ ਵੀ ਬਹੁਤ ਬਹਾਦਰੀ ਨਾਲ ਲੜੀ ਪਰ ਇੱਕ ਤਾਂ ਉਹਨਾਂ ਨੂੰ ਰਾਹ ਦੀਆਂ ਤਕਲੀਫਾਂ ਤੇ ਫੌਜ ਥੋੜੀ ਸੀ, ਇਸ ਕਰਕੇ ਫੌਜ ਭੱਜ ਤੁਰੀ। ਜਨਰਲ ਸਮਿਥ ਆਪਣੀ ਫੌਜ ਨੂੰ ਭੱਜਦਿਆਂ ਵੇਖ ਕੇ ਸਾਰਾ ਰਾਸ਼ਨ ਤੇ ਗੋਲਾ ਬਰੂਦ ਛੱਡ ਕੇ ਫੌਜ ਨੂੰ ਨਾਲ ਲੈ ਕੇ ਲੁਧਿਆਣੇ ਵੱਲ ਚਲਿਆ ਗਿਆ। ਜਨਰਲ ਕਨਿੰਗਮ ਤੇ ਹਰਕਨ ਸਾਹਿਬ ਇਹਨਾਂ ਨੇ ਪੁਸਤਕਾਂ ਲਿਖੀਆਂ। ਇਤਿਹਾਸ ਲਿਖਦੇ ਆ ਕਿ ਜੇ ਕਦੀ ਰਣਜੋਤ ਸਿੰਘ ਵੀ ਤੇਜਾ ਸਿੰਘ ਤੇ ਲਾਲ ਸਿੰਘ ਦੀ ਤਰ੍ਹਾਂ ਅੰਦਰੋਂ ਅੰਗਰੇਜ਼ਾਂ ਨਾਲ ਮਿਲਿਆ ਹੋਇਆ ਨਾ ਹੁੰਦਾ ਤਾਂ ਬੱਦੋਵਾਲ ਦੀ ਲੜਾਈ ਠੀਕ ਫਤਿਹ ਹੋਣ ਦੇ ਵੇਲੇ ਫੌਜ ਨੂੰ ਲੜਦਿਆਂ ਛੱਡ ਕੇ ਇਕਲਵੰਜੇ ਨਾ ਹੋ ਜਾਂਦਾ। ਦੂਜਾ, ਭੱਜੀ ਜਾਂਦੀ ਅੰਗਰੇਜ਼ੀ ਫੌਜ ਤੇ ਹੱਲਾ ਕਰਨ ਦਾ ਖਾਲਸੇ ਨੂੰ ਹੁਕਮ ਦੇਣਾ, ਇਹਨੇ ਜੋ ਨਹੀਂ ਦਿੱਤਾ। ਜੇ ਕਦੇ ਉਹ ਐਸਾ ਕਰਦਾ ਤਾਂ ਸਿੱਖ ਜ਼ਰੂਰ ਅੰਗਰੇਜ਼ਾਂ ਨੂੰ ਇਸ ਮੁਲਕ ਵਿੱਚੋਂ ਕੱਢ ਦਿੰਦੇ। ਪਰ ਇਹ ਤਾਂ ਸਿੱਖਾਂ ਨੂੰ ਅੰਗਰੇਜ਼ਾਂ ਦਾ ਸਮਾਨ ਲੁੱਟਣ ਤੇ ਲਾ ਕੇ ਆਪ ਵੱਖਰਾ ਹੋ ਗਿਆ। ਜੇ ਕਦੀ ਰਣਜੋਤ ਸਿੰਘ ਪਿੱਛਾ ਕਰਦਾ ਤੇ ਹੋਰ ਮਾਲ ਮੱਤਾ ਜਿਹੜਾ ਦਿੱਲੀ ਤੋਂ ਨੇੜੇ ਆ ਗਿਆ ਸੀ ਤੇ ਉਹਦੇ ਨਾਲ ਥੋੜ੍ਹੀ ਜਿਹੀ ਫੌਜ ਵੀ ਸੀ, ਉਹਦੀ ਖਬਰ ਉਹਨੂੰ ਮਿਲ ਗਈ ਸੀ, ਜਿਹਨੂੰ ਸਿੱਖ ਵੀ ਚਾਹੁੰਦੇ ਸਨ ਕਿ ਉਹ ਸਮਾਨ ਰੋਕਿਆ ਜਾਵੇ, ਉਹ ਜ਼ਰੂਰ ਇਹ ਸਿੱਖਾਂ ਦੇ ਹੱਥ ਲੱਗ ਜਾਣਾ ਸੀ। ਪਰ ਇਹ ਕਾਇਰ ਗੀਦੀ ਬੁਜਬਦਲ ਫਰੇਬੀ ਉਹ ਸਵਾਏ ਸਤਲੁਜ ਦੇ ਕੰਢੇ ਸਿੰਘਾਂ ਨੂੰ ਸਵਾਰ ਰੱਖਣ ਤੋਂ ਹੋਰ ਕੁਛ ਨਾ ਬਣਿਆ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਬੱਦੋਵਾਲ ਦੀ ਲੜਾਈ ਵਿੱਚ ਸਿੱਖ ਜਿੱਤੇ ਤੇ ਅੰਗਰੇਜ਼ਾਂ ਨੂੰ ਹਾਰ ਹੋਈ। ਅੰਗਰੇਜ਼ਾਂ ਦਾ ਬਹੁਤ ਸਾਰਾ ਸਮਾਨ ਵੀ ਸਿੱਖਾਂ ਦੇ ਹੱਥ ਆਇਆ। ਜੇ ਕਦੀ ਬ੍ਰਿਗੇਡੀਅਰ ਕਰਟਨ
ਇਹਦੇ ਇੱਕ ਰਸਾਲਾ ਸੀ ਫੌਜ ਦਾ, ਉਹਦੀ ਮਦਦ ਜਿਹੜੀ ਉਸ ਵੇਲੇ ਧਰਮਕੋਟ ਤੋਂ ਆ ਰਿਹਾ ਸੀ ਨਾ ਪਹੁੰਚਦੀ ਤਾਂ ਅੰਗਰੇਜ਼ਾਂ ਦਾ ਹੋਰ ਵੀ ਬਹੁਤ ਬੁਰਾ ਨੁਕਸਾਨ ਹੋਣਾ ਸੀ। ਪਰ ਤਦ ਵੀ 100 ਦੇ ਕਰੀਬ ਅੰਗਰੇਜ਼ ਸਿਪਾਹੀ ਅਫਸਰ ਵਿੱਚ ਮਾਰੇ ਗਏ, 68 ਫੱਟੜ ਹੋਏ, 77 ਜਿਹੜੇ ਆ ਉਹ ਬੇਪਤਾ ਹੀ ਹੋ ਗਏ, ਜਿਨ੍ਹਾਂ ਦਾ ਪਤਾ ਹੀ ਨਹੀਂ ਲੱਗਿਆ, ਜਿਨ੍ਹਾਂ ਵਿੱਚੋਂ 17 ਗੋਰੇ ਕਪੂਰਥਲੇ ਵਾਲਿਆਂ ਨੇ ਫੜ ਕੇ ਕਪੂਰਥਲੇ ਤੋਂ 45 ਗੋਰੇ ਲਾਹੌਰ ਭੇਜੇ, ਜਿਨ੍ਹਾਂ ਦੇ ਵਿੱਚ ਡਾਕਟਰ ਬਾਰਲ ਸਾਹਿਬ ਵੀ ਸੀ। ਬਾਕੀ ਗੋਰੇ ਜਿਹੜੇ ਇੱਧਰ ਉੱਧਰ ਭੱਜ ਗਏ ਉਹ 1-2 ਦਿਨਾਂ ਵਿੱਚ ਫਿਰ ਆਪਣੀ ਆਪਣੀ ਫੌਜ ਨੂੰ ਲੁਧਿਆਣੇ ਆ ਕੇ ਮਿਲੇ। ਸਿੱਖ ਆਪਣੀ ਇਸ ਜਿੱਤ ਤੋਂ ਹੁਣ ਸਮਾ ਨਹੀਂ ਸੀ ਰਹੇ, ਬੜੀਆਂ ਖੁਸ਼ੀਆਂ ਘਰ ਘਰ ਦੇ ਵਿੱਚ ਫਤਿਹ ਦਾ ਜ਼ਿਕਰ ਹੋਇਆ। ਇਹ ਜਿਹੜੀ ਲੜਾਈ ਹੈ 21 ਜਨਵਰੀ 1846 ਮਾਘ ਮਹੀਨਾ ਸੰਮਤ 1802, ਇੱਥੇ 46 ਹੈ ਤੇ 47 ਈਸਵੀ ਵੀ ਬਣਦਾ ਹੈ। ਇਉਂ ਉਸ ਸਮੇਂ ਹੋਈ ਹੈ ਤੋਂ ਪਿੱਛੋਂ ਭਾਵੇਂ ਅੰਗਰੇਜ਼ੀ ਫੌਜ ਨੇ ਲੁਧਿਆਣੇ ਪਹੁੰਚ ਕੇ ਆਪਣਾ ਆਪਾ ਸੰਭਾਲ ਲਿਆ, ਪਰ ਇਹ ਨਿੱਕੀ ਜਿਹੀ ਲੜਾਈ ਵਿੱਚ ਅੰਗਰੇਜ਼ਾਂ ਨੂੰ ਜਿਹੜੀ ਹਾਰ ਮਿਲੀ ਇਹ ਹੁਣ ਸਿੱਖਾਂ ਦੇ ਵਾਸਤੇ ਜਿੱਥੇ ਫਕਰ ਵਾਲੀ ਗੱਲ ਵੀ ਹੋਈ ਤੇ ਬਲਕਿ ਕਨਿੰਗਮ ਵਰਗੇ ਇਤਿਹਾਸਕਾਰ ਉਹ ਲਿਖਦੇ ਹਨ, ਉਹਨਾਂ ਲਿਖੇ ਮੁਤਾਬਕ ਕਹਿੰਦੇ ਹਿੰਦੁਸਤਾਨ ਦੀਆਂ ਫਤਿਹ ਹੋ ਚੁੱਕੀਆਂ ਸਾਰੀਆਂ ਰਿਆਸਤਾਂ ਤੇ ਰਈਸਾਂ ਨੂੰ ਖੁਸ਼ੀ ਦੇ ਨਾਲ ਇਸ ਗੱਲ ਨੂੰ ਪ੍ਰਗਟ ਕਰਨ ਦਾ ਮੌਕਾ ਮਿਲ ਗਿਆ ਕਿ ਉਹਨਾਂ ਦੇ ਵਿਦੇਸ਼ੀ ਮਾਲਕ ਦੀ ਤਕੜੀ ਫੌਜ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪੈਰੋਕਾਰਾਂ ਦੀ ਬਹਾਦਰੀ ਤੇ ਜਮਾ ਮਰਦੀ ਨੇ, ਜੋ ਅਸਲ ਦੇ ਵਿੱਚ ਉਹਨਾਂ ਦੇ ਮੁਲਕ ਦੇ ਤੇ ਉਹਨਾਂ ਦੇ ਵਿੱਚੋਂ ਹੀ ਸਾਨੂੰ ਉਹਨਾਂ ਸ਼ਿਕਸਤ ਦਿੱਤੀ। ਉਸ ਵੇਲੇ ਅੰਗਰੇਜ਼ੀ ਫੌਜ ਦੇ ਹਿੰਦੁਸਤਾਨੀ ਸਿਪਾਹੀ ਵੀ ਇੱਕ ਦੂਜੇ ਨਾਲ ਚੋਰੀ ਨਜ਼ਰ ਮਿਲਾ ਕੇ ਯੂਰਪ ਵੱਲ ਨੂੰ ਵੇਖ ਰਹੇ ਸੀ ਤੇ ਅੰਗਰੇਜ਼ਾਂ ਦਾ ਰੰਗ ਵੀ ਪੀਲਾ ਪੈ ਰਿਹਾ ਸੀ। ਗਵਰਨਰ ਜਨਰਲ ਤੇ ਕਮਾਂਡਰ ਇਨ ਚੀਫ ਮੈਗਜ਼ੀਨ, ਜਿਹਦੀ ਅਤਿਅੰਤ ਲੋੜ ਅਤ ਉਡੀਕ ਸੀ, ਉਹਦੇ ਵੱਲੋਂ ਬੜੀ ਬੇਸਬਰੀ ਨਾਲ ਵੇਖ ਰਹੇ ਸੀ, ਚਾਹੁੰਦੇ ਸੀ ਕਿ ਸੁੱਖ ਸ਼ਾਂਤ ਨਾਲ ਪਹੁੰਚ ਜੇ। ਹੁਣ 22 ਜਨਵਰੀ ਨੂੰ ਰਣਜੋਧ ਸਿੰਘ ਕੁੱਲ ਫੌਜ ਦੇ ਸਮੇਤ ਬੱਦੋਵਾਲ ਤੋਂ ਕੂਚ ਕਰਕੇ ਲੁਧਿਆਣੇ ਤੋਂ 15 ਕੋਹ ਦੀ ਵਿੱਥ ਤੇ ਸਤਲੁਜ ਦੇ ਲਾਗੇ ਡੇਰਾ ਲਾ ਕੇ ਬਹਿ ਗਿਆ ਤੇ ਕਿਸ਼ਤੀਆਂ ਇਕੱਠੀਆਂ ਕਰਨ ਲੱਗਿਆ। ਇਸ ਕੂਚ ਬਾਬਤ 2 ਹੋਰ ਵੀ ਰਵਾਇਤਾਂ ਹਨ। ਇੱਕ ਤਾਂ ਉੱਥੇ ਸਿੱਖ ਫੌਜ ਥੋੜੀ ਸੀ ਤੇ ਅੰਗਰੇਜ਼ੀ ਫੌਜ ਨੂੰ ਲੈ ਕੇ ਸਮਿਥ ਜਿਹੜਾ ਹੈ, ਜਿਹਦੇ ਕੋਲ ਹੁਣ ਫੌਜ ਇਕੱਠੀ ਹੋ ਗਈ ਸੀ, ਉਹ ਬੱਦੋਵਾਲ ਤੇ ਹਮਲਾ ਕਰਨ ਵਾਲਾ ਸੀ। ਦੂਜਾ, ਹੁਣ ਬੱਦੋਵਾਲ ਦੀ ਲੜਾਈ ਮਗਰੋਂ ਤੇਜਾ ਸਿੰਘ ਨੇ ਉਹਨੂੰ ਲਿਖਿਆ ਸੀ ਕਿ ਤੂੰ ਕਿਉਂ ਨਹੀਂ ਅੰਗਰੇਜ਼ਾਂ ਦੇ ਵਾਸਤੇ ਬੱਦੋਵਾਲ ਤੇ ਕਬਜ਼ਾ ਕਰ ਲਿਆ, ਕਿਉਂਕਿ ਇਹਨਾਂ ਦਾ ਜ਼ੋਰ ਲੱਗਿਆ ਸੀ ਕਿਵੇਂ ਨਾ ਕਿਵੇਂ ਅੰਗਰੇਜ਼ ਕਾਬਜ਼ ਕਰਾਉਣੇ ਆ। ਤੀਜਾ ਇਹ ਸੀ ਕਿ ਸਤਲੁਜ ਦੇ ਕੰਢੇ ਤੇ ਜੰਗ ਸ਼ੁਰੂ ਕਰਕੇ ਭੱਜ ਜਾਣ ਦੇ ਇਰਾਦੇ ਤੋਂ ਹੀ ਉਹ ਇੱਥੇ ਆਇਆ ਸੀ। ਕਈ ਇਹ ਵੀ ਕਹਿੰਦੇ ਨੇ ਕਿ ਸਿੱਖ ਫੌਜ ਲੁਧਿਆਣੇ ਤੇ ਹੱਲਾ ਕਰਨਾ ਚਾਹੁੰਦੀ ਸੀ, ਤਾਂ ਇਹ ਫਿਰ ਇੱਧਰੋਂ ਰੋਕ ਕੇ ਸਿੱਖ ਫੌਜਾਂ ਨੂੰ ਦਰਿਆ ਦੇ ਕੰਢੇ ਤੇ ਲੈ ਗਿਆ। ਇੱਥੇ 4 ਪਲਟਣਾ, 12 ਤੋਪਾਂ, 1 ਰੈਜੀਮੈਂਟ ਸਵਾਰਾਂ ਦੀ 24 ਜਨਵਰੀ ਨੂੰ ਸਤਲੁਜ ਦੇ ਦਾਇਆ ਤੋਂ ਆ ਕੇ ਦਰਿਆਏ ਸਤਲੁਜ ਲੰਘ ਕੇ ਇਹਨਾਂ ਦੇ ਲਸ਼ਕਰ ਵਿੱਚ ਸ਼ਾਮਲ ਹੋ ਗਈ। ਇਉਂ ਪ੍ਰਗਟ ਹੋਵੇ ਕਿ ਮੁੱਦਕੀ ਦੇ ਜੰਗ ਤੋਂ ਪਹਿਲਾਂ ਵੀ ਬਹੁਤ ਸਾਰੇ ਸਿੱਖ ਸਰਦਾਰਾਂ ਦੇ ਫੌਜ ਦੇ ਪੈਂਚਾਂ ਨੇ ਇਕੱਠੇ ਹੋ ਕੇ ਰਾਜੇ ਗੁਲਾਬ ਸਿੰਘ ਨੂੰ ਜਾ ਕੇ ਕਿਹਾ ਸੀ ਕਿ ਤੁਹਾਨੂੰ ਲਾਹੌਰ ਦਰਬਾਰ ਵੱਲੋਂ ਸੁਤੰਤਰ ਹੋ ਕੇ ਅੰਗਰੇਜ਼ਾਂ ਦੇ ਨਾਲ ਲੜਨਾ ਚਾਹੀਦਾ ਹੈ, ਕਿਉਂਕਿ ਸਾਰੀ ਖਾਲਸਾ ਫੌਜ ਤੁਹਾਡੇ ਤੇ ਭਰੋਸਾ ਰੱਖਦੀ ਹੈ। ਤੁਹਾਡਾ ਹੁਕਮ ਦਿਲ ਜਾਨ ਤੋਂ ਮੰਨਣ ਨੂੰ ਤਿਆਰ ਹੈ, ਪਰ ਉਹ ਬਹਾਨੇ ਤੇ ਝੂਠੇ ਲਾਰੇ ਲਾ ਕੇ ਗੁਲਾਬ ਸਿੰਘ ਡੋਗਰਾ ਕਹਿਣ ਵਾਲਿਆਂ ਨੂੰ ਟਾਲਦਾ ਰਿਹਾ ਤੇ ਇਹ ਕਹਿੰਦਾ ਰਿਹਾ, ਕੋਈ ਨਹੀਂ, ਮੈਂ ਛੇਤੀ ਹੀ ਜਾ ਕੇ ਅੰਗਰੇਜ਼ਾਂ ਨਾਲ ਲੜਾਂਗਾ, ਤੁਸੀਂ ਤਸੱਲੀ ਰੱਖੋ। ਅਸਲ ਗੱਲ ਇਹ ਹੈ ਕਿ ਉਹਨੂੰ ਪਤਾ ਸੀ ਕਿ ਅੱਜ ਕੱਲ੍ਹ ਅੰਗਰੇਜ਼ ਫੌਜ ਸਿੱਖਾਂ ਨੂੰ ਸ਼ਿਕਸਤ ਦੇ ਕੇ ਪੰਜਾਬ ਦੇ ਵਿੱਚ ਆਉਣ ਵਾਲੀ ਹੈ। ਆਪ ਤਾਂ ਉਹਦੀ ਉਡੀਕ ਵਿੱਚ ਰਿਹਾ ਤੇ ਫੌਜ ਲੜਾਈ ਵਿੱਚ ਭੇਜਤੀ। ਆਖਰ ਨੂੰ ਫਿਰ ਇਹਨਾਂ ਨੇ ਜਾ ਕੇ ਮਹਾਰਾਣੀ ਜਿੰਦਾਂ ਨੂੰ ਬਹੁਤ ਕੁਝ ਕਹਿਣਾ ਸ਼ੁਰੂ ਕੀਤਾ ਤੇ ਰਾਣੀ ਦੇ ਜ਼ੋਰ ਦੇਣ ਤੇ 27 ਜਨਵਰੀ 1846 ਨੂੰ 3000 ਸਿਪਾਹੀ ਤੇ ਸਮਾਨ ਜੰਗ ਤੇ ਰਸਦ ਲੈ ਕੇ ਲਾਹੌਰ ਆਇਆ। ਤਾਂ ਰਾਣੀ ਨੇ ਉਹਨੂੰ ਵਜ਼ੀਰ ਬਣਾ ਕੇ ਕਿਹਾ, ਜਿਸ ਤਰ੍ਹਾਂ ਹੋ ਸਕੇ ਆਪਣੇ ਮੁਲਕ ਨੂੰ ਬਚਾਓ ਤੇ ਆਪਣੇ ਅਧਿਕਾਰ ਵਿੱਚ ਰੱਖੋ। ਉਸ ਵੇਲੇ ਸਰ ਹੈਨਰੀ ਸਮਿਥ
ਉਹਦੀ ਮਦਦ ਤੇ ਅੰਗਰੇਜ਼ੀ ਫੌਜ ਆ ਪਹੁੰਚੀ ਤੇ ਲੁਧਿਆਣਾ ਆਦਿਕ ਕੁੱਲ ਫੌਜ ਮਿਲਾ ਕੇ ਜਦੋਂ ਉਹਦੇ ਕੋਲੇ 11,000 ਸਿਪਾਹ ਹੋ ਗਏ, ਉਹਨੇ ਝਟਪਟ 28 ਤਰੀਕ ਨੂੰ ਕੂਚ ਕਰਤਾ ਤੇ ਜਿਹੜਾ ਰਣਜੋਧ ਸਿੰਘ ਉਹ ਫੌਜ ਤੇ ਹੱਲਾ ਕਰੇ। ਇਸ ਵੇਲੇ ਸਿੱਖਾਂ ਦੀ ਫੌਜ ਹੁਣ ਲੁਧਿਆਣੇ ਤੋਂ ਦੂਰ ਬੈਠੀ ਆ 10 ਮੀਲ। ਜਦੋਂ ਅੰਗਰੇਜ਼ੀ ਫੌਜ ਨੇ ਸਿੱਖਾਂ ਤੇ ਹਮਲਾ ਕਰਤਾ, ਸਿੱਖਾਂ ਨੇ ਅੰਗਰੇਜ਼ਾਂ ਦੇ ਹਮਲੇ ਨੂੰ ਬੜੀ ਜਮਾਂਮਰਦੀ ਨਾਲ ਰੋਕਿਆ। ਪਰ ਉਸ ਵੇਲੇ ਜਿਹੜਾ ਅੰਗਰੇਜ਼ ਅਫਸਰ ਸਮਿਥ ਸੀ, ਉਹਨੇ ਸਭ ਤੋਂ ਵੱਡਾ ਕੰਮ ਆਲੀਵਾਲ ਨੂੰ ਆਪਣੇ ਕਬਜ਼ੇ ਵਿੱਚ ਕਰਨ ਦੀ ਸਲਾਹ ਕੀਤੀ। ਸੋ ਪਿਆਦਾ ਪਲਟਣ ਤੇ ਸੱਜੇ ਪਾਸੇ ਤੋਂ ਬਹੁਤ ਜ਼ੋਰ ਲਾਇਆ। ਇੱਧਰ ਪਹਾੜੀ ਡੋਗਰੇ ਖੜੇ ਸੀ, ਉਹਨਾਂ ਪਹਿਲਾਂ ਹੀ ਬੜੇ ਜ਼ੋਰ ਨਾਲ ਬੰਦੂਕਾਂ ਚਲਾਈਆਂ ਕਿਉਂਕਿ ਉਹਨਾਂ ਨੂੰ ਕੋਈ ਖਾਸ ਪਿਆਰ ਨਹੀਂ ਸੀ। ਇਸ ਕਰਕੇ ਬਹੁਤੀ ਦੇਰ ਤੱਕ ਸਾਹਮਣੇ ਠਹਿਰ ਨਾ ਸਕੇ। ਉਹ ਝਟਪਟ ਡੋਗਰੇ ਇੱਧਰ ਉੱਧਰ ਖਿੰਡ ਪੁੰਡ ਗਏ। ਰਣਜੋਧ ਸਿੰਘ ਵੀ ਆਪਣੀ ਬਹਾਦਰ ਫੌਜ ਨੂੰ ਮੈਦਾਨ ਵਿੱਚ ਲੜਦਿਆਂ ਵੇਖ ਕੇ ਖਿਸ ਗਿਆ। ਪਰ ਸ਼ਾਬਾਸ਼ ਹੈ ਉਹਨਾਂ ਸਿੱਖਾਂ ਦੇ ਜਿਨ੍ਹਾਂ ਮੈਦਾਨ ਦੇ ਵਿੱਚ ਟੋਟੇ ਟੋਟੇ ਹੋਣਾ ਪ੍ਰਵਾਨ ਕਰ ਲਿਆ, ਪਰ ਪੈਰ ਪਿੱਛੇ ਨਹੀਂ ਹਟਾਇਆ। ਹਾਲਾਂਕਿ ਉਸ ਵੇਲੇ ਅੰਗਰੇਜ਼ੀ ਫੌਜ ਨੇ ਇਸ ਜ਼ੋਰ ਦਾ ਹੁਕਮ ਦਿੱਤਾ ਕਿ ਸਿੱਖਾਂ ਨੂੰ ਅੱਧੀ ਤੋਂ ਵਧੇਕ ਫੌਜ ਨੂੰ ਖੇਰੂ ਖੇਰੂ ਕਰਤਾ, ਬਲਕਿ ਬੜੀ ਬਹਾਦਰੀ ਤੇ ਜਮਾਂਮਰਦੀ ਨਾਲ ਬਾਹਾਂ ਫਲਾਈਆਂ ਹੋਈਆਂ ਸਾਹਮਣੇ ਆਉਂਦੇ ਰਹੇ। ਤੇ ਇੱਕ ਸੱਚੇ ਖਾਲਸਾ ਵਾਸਤੇ ਅੰਗਰੇਜ਼ਾਂ ਦਾ ਦਬਾ ਲੈਣਾ ਕੋਈ ਸੌਖੀ ਗੱਲ ਨਹੀਂ ਹੁੰਦੀ। ਸਿੱਖਾਂ ਨੂੰ ਸ਼ਿਕਸਤ ਦੇਣ ਲਈ ਅਜੇ ਤੋਂ ਵੀ ਬਹੁਤੀ ਤਾਕਤ ਦੀ ਲੋੜ ਸੀ। ਅੰਤ ਨੂੰ ਇੱਕ ਹੋਰ ਅੰਗਰੇਜ਼ੀ ਰਸਾਲਾ ਤੇ ਇੱਕ ਹਿੰਦੀ ਰਸਾਲਾ, ਭਾਵ ਜਿਹੜੇ ਇਸ ਹਿੰਦੁਸਤਾਨ ਦੇ ਵਾਸੀ ਅੰਗਰੇਜ਼ਾਂ ਨੇ ਭਰਤੀ ਕੀਤੇ ਸੀ, ਉਹ ਬੜੇ ਜੋਸ਼ ਦੇ ਨਾਲ ਸਿੱਖਾਂ ਦੀ ਪੈਦਲ ਫੌਜ ਦੇ ਸਾਹਮਣੇ ਕਰਤੇ। ਸਮੇਤ ਬਹਾਦਰ ਖਾਲਸੇ ਨੇ ਇਹਨਾਂ ਦੇ ਇਸ ਤਰ੍ਹਾਂ ਹਮਲੇ ਨੂੰ ਬੜੀ ਜਮਾਂਮਰਦੀ ਨਾਲ ਰੋਕਿਆ। ਪਰ ਤਦ ਵੀ ਅੰਗਰੇਜ਼ਾਂ ਦੇ ਢੰਗ ਦੀ ਲੜਾਈ ਦੇ ਸਾਹਮਣੇ ਫਿਰ ਉਹ ਸੱਚੀ ਸੂਰਬੀਰਤਾ ਜਿਹੜੀ ਹੈ ਉਹ ਕਿੰਨਾ ਕੁ ਟਾਈਮ ਕੰਮ ਦੇ ਸਕਦੀ ਸੀ। ਉਹਨਾਂ ਸਿੱਖਾਂ ਦਾ ਉਸ ਇੱਥੇ ਆਲੀਵਾਲ ਦੇ ਜੰਗ ਵਿੱਚ ਬਹੁਤ ਨੁਕਸਾਨ ਹੋਇਆ। ਭਾਵੇਂ ਬਹਾਦਰ ਸਿੱਖਾਂ ਨੇ ਕੋਈ ਪਰਵਾਹ ਨਹੀਂ ਕੀਤੀ, ਢਹਿੰਦੇ ਡਿੱਗਦੇ ਫਿਰ ਉੱਠ ਖੜਦੇ ਤੇ ਅੰਗਰੇਜ਼ਾਂ ਤੇ ਅੱਗ ਵਸਾਉਣੀ ਸ਼ੁਰੂ ਕਰਤੀ। ਪਰ ਸਰਦਾਰ ਬਿਨਾਂ ਫੌਜ ਕਦੋਂ ਕੁ ਤੱਕ ਲੜਦੀ। ਅੰਤ ਨੂੰ 3 ਵਾਰੀ ਇਸੇ ਤਰ੍ਹਾਂ ਅੰਗਰੇਜ਼ਾਂ ਨੇ ਬੜੇ ਜ਼ੋਰ ਦੇ ਹਮਲੇ ਕੀਤੇ, ਜਿਹਦੇ ਤੇ ਫਿਰ ਸਿੱਖਾਂ ਦਾ ਕਦਮ ਮੈਦਾਨ ਦੇ ਵਿੱਚੋਂ ਉਖੜ ਗਿਆ। ਇਹਦੇ ਵਿੱਚ ਸ਼ੱਕ ਨਹੀਂ ਸੀ, ਸਿੱਖਾਂ ਨੇ ਬੜੀ ਹਿੰਮਤ ਤੇ ਜਵਾਂਮਰਦੀ ਨਾਲ ਹੱਲੇ ਕੀਤੇ ਸਨ ਤੇ ਐਸਾ ਢੰਗ ਵਰਤਿਆ ਗਿਆ ਜੋ ਬੜੀ ਸਿਆਣਪ ਤੇ ਜ਼ਰੂਰ ਫਤਿਹ ਪ੍ਰਾਪਤ ਕਰਨ ਵਾਲਾ ਸੀ। ਪਰ ਕਨਿੰਗਮ ਜਿਹੜਾ ਕਿ ਜਿਹਨੇ ਇਤਿਹਾਸ ਵੀ ਲਿਖਿਆ, ਉਹ ਉਸ ਵੇਲੇ ਮੈਦਾਨੇ ਜੰਗ ਦੇ ਵਿੱਚ ਆਪ ਮੌਜੂਦ ਵੀ ਸੀ, ਕਿਉਂਕਿ ਇਹ ਚੰਗਾ ਅਫਸਰ ਸੀ। ਉਹ ਲਿਖਦਾ ਹੈ ਕਿ ਭਾਵੇਂ ਹਮਲਾ ਬੜੀ ਸਿਆਣਪ ਤੇ ਦਾਨਾਈ ਨਾਲ ਕੀਤਾ ਗਿਆ, ਪਰ ਫਿਰ ਵੀ ਅੰਗਰੇਜ਼ੀ ਰਸਾਲੇ ਦੇ ਸਵਾਰਾਂ ਦੀਆਂ ਲਾਸ਼ਾਂ ਹਾਰਨ ਵਾਲੀ ਸਿੱਖ ਪੈਦਲ ਫੌਜ ਦੀਆਂ ਲਾਸ਼ਾਂ ਨਾਲੋਂ ਜ਼ਿਆਦਾ ਪਈਆਂ ਹੋਈਆਂ ਸੀ, ਜਿੱਥੋਂ ਸਿੱਖਾਂ ਦੀ ਅਦੁੱਤੀ ਬਹਾਦਰੀ ਤੇ ਜਵਾਂਮਰਦੀ ਪ੍ਰਗਟ ਹੁੰਦੀ ਹੈ। ਅੰਗਰੇਜ਼ਾਂ ਦੀ ਫਤਿਹ ਹੋਈ ਤੇ ਜਿਨ੍ਹਾਂ ਦੀ ਕਿ ਉਹਨਾਂ ਨੂੰ ਬੱਦੋਵਾਲ ਦੀ ਹਾਰ ਦਾ ਇਹ ਰੰਜ ਸੀ, ਸਾਰਾ ਉਹ ਦੂਰ ਹੋ ਗਿਆ। ਸਿੱਖਾਂ ਦੀਆਂ 50 ਤੋਪਾਂ ਅੰਗਰੇਜ਼ਾਂ ਦੇ ਹੱਥ ਆ ਗਈਆਂ। ਸਿੱਖ ਫੌਜ ਦਰਿਆ ਤੋਂ ਪਾਰ ਚਲੀ ਗਈ। ਦਰਿਆ ਲੰਘਣ ਸਮੇਂ ਬਹੁਤ ਸਾਰੇ ਸਿੱਖ ਦਰਿਆਏ ਸਤਲੁਜ ਦੇ ਵਿੱਚ ਡੁੱਬ ਗਏ। ਇਹਦਾ ਸਬੱਬ ਇਹ ਸੀ ਕਿ ਦਰਿਆ ਤੇ ਪੁਲ ਨਹੀਂ ਸੀ। ਕਈ ਇਹ ਕਹਿੰਦੇ ਹਨ ਕਿ ਜਦੋਂ ਸਿੱਖ ਪਹਿਲਾਂ ਸਤਲੁਜ ਲੰਘੇ ਸੀ, ਤਦ ਜਿਸ ਰਸਤੇ ਤੋਂ ਪਹਿਲਾਂ ਲੰਘੇ ਸੀ ਉਹ ਰਾਹ ਉਹਨਾਂ ਨੂੰ ਭੁੱਲ ਗਿਆ। ਉਹ ਡੂੰਘੇ ਪਾਣੀ ਦੇ ਰਾਹ ਜਾ ਪਏ, ਜਿਸ ਤੋਂ ਨੁਕਸਾਨ ਹੋਇਆ। ਕਈਆਂ ਦਾ ਕਹਿਣਾ ਇਹ ਹੈ ਕਿ ਰਾਤ ਨੂੰ ਅਚਨਚੇਤ ਹੜ੍ਹ ਆ ਗਿਆ, ਜਿਸ ਤੋਂ ਨੁਕਸਾਨ ਹੋਇਆ। ਇਸ ਲੜਾਈ ਵਿੱਚ ਅੰਗਰੇਜ਼ੀ ਫੌਜ ਦੇ 151 ਸਿਪਾਹੀ ਮਾਰੇ ਗਏ, 413 ਫੱਟੜ ਹੋਏ ਤੇ 25 ਬੇਪਤਾ ਹੋ ਗਏ। ਸਿੱਖਾਂ ਨੂੰ ਆਪਣੇ ਅਫਸਰਾਂ ਦੀ ਬਦਨੀਤੀ ਦੇ ਕਾਰਨ ਹਰ ਮੈਦਾਨ ਦੇ ਵਿੱਚ ਬੱਦੋਵਾਲ ਦੀ ਲੜਾਈ ਤੋਂ ਬਿਨਾਂ ਸਾਰੀਆਂ ਥਾਵਾਂ ਤੇ ਹਾਰ ਹੁੰਦੀ ਰਹੀ। ਫਿਰ ਵੀ ਸਿੱਖਾਂ ਦੇ ਦਿਲ ਨਹੀਂ ਡਿੱਗੇ ਸਨ। ਸਿੱਖ ਅੰਗਰੇਜ਼ਾਂ ਦੇ ਸਾਹਮਣੇ ਜਾਣੋਂ ਪਿੱਛੇ ਨਹੀਂ ਸੀ ਹਟਦੇ। ਹਰ ਇੱਕ ਸਿੰਘ ਆਪਣੇ ਗੁਰੂ ਸਾਹਿਬ ਜੀ ਦੇ ਹੁਕਮ ਅਨੁਸਾਰ ਉਹ 5 ਪ੍ਰਧਾਨੀ ਪੰਚਾਇਤੀ ਨਿਯਮਾਂ ਦੀ ਖਾਤਰ ਦਿਲੋਂ ਜਾਨ ਤੋਂ ਆਪਣਾ ਤਨ ਮਨ ਤੇ ਧਨ ਦੇਸ਼ ਕੌਮ ਦੇ ਵਾਸਤੇ ਕੁਰਬਾਨ ਕਰਨ ਨੂੰ ਤਿਆਰ ਸੀ। ਇੱਕ ਕਿਤਾਬ ਆਉਂਦੀ ਹੈ ਸਿੰਘ ਯੁੱਧ,
ਉਹਦੇ ਵਿੱਚ ਲਿਖਿਆ ਕਿ ਜਦੋਂ ਆਲੀਵਾਲ ਦੀ ਲੜਾਈ ਵਿੱਚੋਂ ਰਣਜੋਧ ਸਿੰਘ ਨੱਸ ਗਿਆ ਤਾਂ ਇੱਕ ਸਿੰਘ ਨੇ ਬੜੀ ਬਹਾਦਰੀ ਨਾਲ ਜੰਗ ਕੀਤਾ। ਇਹ ਇਕੱਲਾ ਹੀ ਤੋਪਾਂ ਨੂੰ ਬੱਤੀ ਦਿੰਦਾ ਰਿਹਾ, ਤਲਵਾਰ ਨਾਲ ਵੀ ਟਾਕਰਾ ਕਰਦਾ ਰਿਹਾ। ਤੇ ਜਿਹੜਾ ਅੰਗਰੇਜ਼ ਫੌਜ ਦਾ ਅਫਸਰ ਸੀ ਸਮਿਥ, ਉਹਨੇ ਇਹਦੀ ਵਫਾਦਾਰੀ ਤੇ ਨਿਮਕ ਹਲਾਲੀ ਦੀ ਪ੍ਰਸ਼ੰਸਾ ਕਰਕੇ ਚਲੇ ਜਾਣ ਵਾਸਤੇ ਕਿਹਾ, ਪਰ ਉਹ ਸਿੱਖ ਨੇ ਕਿਸੇ ਦੀ ਇੱਕ ਨਹੀਂ ਮੰਨੀ। ਹਰ ਥਾਂ ਤੇ ਡਟ ਕੇ ਤੋਪ ਚਲਾਉਂਦਾ ਟੁਕੜੇ ਟੁਕੜੇ ਹੋ ਗਿਆ। ਐਡਵਰਡ ਲਿਖਦਾ ਹੈ ਕਿ ਸਿੱਖਾਂ ਵਿੱਚ ਕੁਦਰਤੀ ਬਹਾਦਰੀ ਤੇ ਜਮਾ ਮਰਦੀ ਦਾ ਇੱਕ ਖਾਸ ਗੁਣ ਹੈ ਕਿ ਇੱਕ ਪਾਸੇ ਜੇ ਕਦੀ ਉਹ ਸ਼ਿਕਸਤ ਖਾ ਜਾਂਦੇ ਨੇ, ਦੂਜੇ ਪਾਸੇ ਖੁਸ਼ੀ ਨਾਲ ਫੇਰ ਲੜਨ ਲਈ ਹੌਸਲੇ ਨਾਲ ਤਿਆਰ ਹੋ ਜਾਂਦੇ ਆ। ਇਸੇ ਤਰ੍ਹਾਂ ਫਿਰ ਲਿਖਦੇ ਨੇ ਕਿ ਆਲੀਵਾਲ ਦੀ ਫਤਿਹ ਤੋਂ ਜਿਹੜਾ ਸਮਿਥ, ਉਹਦੇ ਤੇ ਉਹਨਾਂ ਦੇ ਸਾਥੀਆਂ ਨੂੰ ਬੱਦੋਵਾਲ ਦਾ ਜਿਹੜਾ ਸ਼ੋਕ ਦੁੱਖ ਹੋਇਆ ਸੀ, ਉਹਦੇ ਲਈ ਹੁਣ ਖੁਸ਼ੀ ਬਹੁਤ ਹੋਈ। ਪਰ ਮੈਦਾਨ ਵਿੱਚ ਸਿੱਖਾਂ ਨਾਲ ਅੰਗਰੇਜ਼ੀ ਫੌਜ ਬਹੁਤੀ ਮਰੀ ਵੇਖ ਕੇ ਉਹਨਾਂ ਦੀਆਂ ਜਾਣੋ ਖੁਸ਼ੀਆਂ ਤੇ ਵੀ ਗੜੇ ਪੈ ਗਏ। ਇਹ ਵੀ ਲਿਖਿਆ ਇਤਿਹਾਸ ਵਿੱਚ ਕਿ 1844 ਈਸਵੀ ਨੂੰ ਬਲਬਾਸ ਅਫਗਾਨੀ ਪਸ਼ਤੋ ਬੋਲਣ ਵਾਲਾ ਗੋਲ ਅੰਦਾਜ਼ੀ ਦੇ ਕੰਮ ਦਾ ਪੂਰਾ ਜਮਾਦਾਰੀ ਦੇ ਜਿਹੜਾ ਉਹਦੇ ਤੇ ਨੀਅਤ ਹੋਇਆ ਸੀ। ਮੁਦਕੀ ਦੀ ਲੜਾਈ ਦੇ ਵੇਲੇ ਜਦੋਂ ਇਹ ਅੰਗਰੇਜ਼ੀ ਫੌਜ ਵਿੱਚ ਭਰਤੀ ਹੋਣ ਲੱਗਿਆ ਤਾਂ ਇਹਨੂੰ ਕਮਾਂਡਰ ਇਨ ਚੀਫ ਨੇ ਕਿਹਾ ਸੀ, ਜਿੰਨਾ ਤੂੰ ਸਾਡੀ ਫੌਜ ਦੇ ਵਿੱਚ ਭਰਤੀ ਹੋ ਕੇ ਫਾਇਦਾ ਬਚਾ ਸਕਦਾ ਹੈ, ਉਹਨਾਂ ਤੂੰ ਸਿੱਖਾਂ ਦੀ ਫੌਜ 'ਚ ਭਰਤੀ ਹੋ ਕੇ ਤੋਂ ਵੀ ਬਹੁਤਾ ਫਾਇਦਾ ਸਾਨੂੰ ਪਹੁੰਚਾ ਸਕਦਾ ਹੈ। ਤੋ ਇਸ ਕਰਕੇ ਆਲੀਵਾਲ ਦੀ ਲੜਾਈ ਮਗਰੋਂ ਨੇ ਆਣ ਕੇ ਕਿਹਾ ਵੀ ਮੈਂ ਇੰਨੀ ਉਚਾਈ ਤੇ ਤੋਪ ਰੱਖ ਕੇ ਗੋਲੇ ਮਾਰਦਾ ਰਿਹਾ ਕਿ ਇੱਕ ਅੰਗਰੇਜ਼ ਨੂੰ ਵੀ ਗੋਲਾ ਨਾ ਲੱਗੇ। ਭਾਵ ਉਹ ਭਰਤੀ ਅੰਗਰੇਜ਼ਾਂ ਨੇ ਚਾਲ ਨਾਲ ਸਿੱਖਾਂ 'ਚ ਕਰਾਤਾ। ਤੋਪ ਚਲਾਉਣ ਵਾਲਾ ਸੀ, ਉਹਨੇ ਗੋਲਾ ਹੀ ਉਸ ਢੰਗ ਨਾਲ ਚਲਾਉਣਾ ਕਿ ਅੰਗਰੇਜ਼ਾਂ ਦੇ ਲੱਗੇ ਨਾ। ਉਹਦੀ ਗੱਲ ਸੱਚੀ ਸਮਝ ਕੇ ਉਹਦੀ ਸੇਵਾ ਦਾ ਬਦਲਾ ਦਿੱਤਾ ਗਿਆ। ਜਿਸ ਕੌਮ ਦੇ ਆਦਮੀ ਇਸ ਤਰ੍ਹਾਂ ਆਪਣੀ ਖੈਰ ਖੁਆਈ ਵਿੱਚ ਤਤਪਰ ਹੋਣ, ਉਹ ਕਿਉਂ ਨਾ ਫਤਿਹ ਪ੍ਰਾਪਤ ਕਰਨ ਤੇ ਬਾਦਸ਼ਾਹ ਬਣਨ। ਹੁਣ ਉਹ ਸਮਾਂ ਫਿਰ ਸਭਰਾਵਾਂ ਦੀ ਲੜਾਈ ਜਿਹੜੀ ਹੋਈ ਹੈ ਅੰਗਰੇਜ਼ਾਂ ਨਾਲ, ਜਿਹੜੀ ਹੈ ਜਿਵੇਂ ਮੁਦਕੀ, ਫੇਰੂ, ਬੱਦੋਵਾਲ ਤੇ ਆਲੀਵਾਲ, ਸਿੱਧੀਆਂ ਜਿਹੜੀਆਂ ਅੰਗਰੇਜ਼ਾਂ ਨਾਲ ਲੜਾਈਆਂ ਹੁਣ 4 ਹੋ ਚੁੱਕੀਆਂ। ਮੁਦਕੀ ਦੇ ਵਿੱਚ ਵੀ ਤੇ ਫੇਰੂ ਦੇ ਵਿੱਚ ਵੀ ਸਿੱਖਾਂ ਨੂੰ ਹਾਰ ਵੇਖਣੀ ਪਈ। ਬੱਦੋਵਾਲ ਵਿੱਚ ਛੋਟੀ ਲੜਾਈ ਹੋਈ, ਭਾਵੇਂ ਸਿੱਖ ਜਿੱਤੇ, ਪਰ ਆਲੀਵਾਲ ਦੀ ਲੜਾਈ ਫੇਰ ਇਹਨਾਂ ਨੂੰ ਹਾਰ ਵੇਖਣੀ ਪਈ। ਹੁਣ 5ਵਾਂ ਜਿਹੜੀ ਲੜਾਈ ਹੈ ਸਭਰਾਵਾਂ ਦੀ ਹੋਈ। ਸਭਰਾਵਾਂ ਦੀ ਲੜਾਈ ਲਿਖਣ ਤੋਂ ਪਹਿਲਾਂ ਗਿਆਨੀ ਜੀ ਕਹਿੰਦੇ ਪੰਜਾਬ ਦੀ ਅਵਸਥਾ ਦੱਸਣੀ ਠੀਕ ਹੋਊ। ਇਹ ਪਤਾ ਹੋਵੇ ਕਿ ਫੇਰੂ ਸ਼ਹਿਰ ਦੀ ਲੜਾਈ ਦੇ ਮਗਰੋਂ ਸਿਪਾਹੀ ਤਾਂ ਆਪਣੇ ਅਫਸਰਾਂ ਦੀ ਬਦਨੀਤੀ ਵੇਖ ਕੇ ਅੰਗਰੇਜ਼ ਅਫਸਰ ਦੇ ਇਤਿਹਾਸਕਾਰ ਉਹਨਾਂ ਮੁਤਾਬਕ ਸਤਲੁਜ ਦੇ ਉਹ ਪਾਰ ਆਪੋ ਆਪਣੀ ਘਰੀਂ ਚਲੇ ਗਏ। ਤੇ ਕੁਝ ਜਦੋਂ ਆਲੀਵਾਲ ਦੀ ਲੜਾਈ ਤੋਂ ਮੁੜ ਕੇ ਲਾਹੌਰ ਵੱਲ ਗਏ ਤਾਂ ਇਹ ਖਿਆਲ ਕਿ ਰਾਣੀ ਜਿੰਦਾ ਕਿਤੇ ਮਾਰ ਹੀ ਨਾ ਦੇਵੇ, ਇਸ ਤਰ੍ਹਾਂ ਦਾ ਹੋਇਆ। ਜਾਂ ਇਹ ਹੋਇਆ ਕਿ ਰਾਣੀ ਜਿੰਦਾ ਨੇ ਇਸ ਖਿਆਲ ਤੋਂ ਕਿ ਸ਼ਾਇਦ ਕੋਈ ਮੈਨੂੰ ਨਾ ਮਾਰ ਦੇਵੇ, ਜਾਂ ਇਹ ਗੱਲ ਰਾਣੀ ਜਿੰਦਾ ਨੂੰ ਡੋਗਰਿਆਂ ਤੇ ਇਹ ਲਾਲ ਸਿੰਘ ਤੇਜ ਸਿੰਘ ਨੇ ਕਿਹਾ, ਜੇ ਸਿੱਖ ਫੌਜ ਇੱਥੇ ਆ ਗਈ ਤੈਨੂੰ ਮਾਰ ਸਕਦੀ ਹੈ। ਤੇ ਉਹ ਤੋਂ ਹੁਕਮ ਦਵਾ ਲਿਆ ਕਿ ਜੰਗ ਤੋਂ ਮੁੜੇ ਕਿਸੇ ਸਿੱਖ ਨੂੰ ਸ਼ਹਿਰ 'ਚ ਨਾ ਵੜਨ ਦਿੱਤਾ ਜਾਏ। ਇਸ ਕਰਕੇ ਲਾਹੌਰ ਸ਼ਹਿਰ ਦੇ ਦਰਵਾਜ਼ਿਆਂ ਤੇ ਪਹਿਰੇ ਲਾਤੇ। ਅਸਲ ਵਿੱਚ ਇਹ ਸੀ ਕਿ ਉਦੋਂ ਇੱਕ ਤਰ੍ਹਾਂ ਨਾਲ ਮਹਾਰਾਜਾ ਦਲੀਪ ਸਿੰਘ ਤੇ ਮਹਾਰਾਣੀ ਜਿੰਦਾ, ਦਲੀਪ ਸਿੰਘ ਦੀ ਮਾਂ, ਇਹ ਹਾਊਸ ਅਰੈਸਟ ਸੀ ਇਹਨਾਂ ਤੇਜਾ ਸਿਉਂ, ਲਾਲ ਸਿਉਂ ਜਾਂ ਡੋਗਰਿਆਂ ਦੇ। ਉਹ ਫਿਰ ਜਿਵੇਂ ਇਹ ਕਹੀ ਜਾਂਦੇ ਸੀ, ਕਹਿੰਦੇ ਅੰਦਰੋਂ ਹੁਕਮ ਆਇਆ, ਇਹ ਤਾਂ ਅੰਦਰੋਂ ਹੁਕਮ ਆਇਆ, ਕਰ ਕਰਾ ਸਾਰੀਆਂ ਗੱਲਾਂ ਆਪ ਰਹੇ ਸੀ। ਜਦੋਂ ਫਿਰ ਦਰਵਾਜ਼ਿਆਂ ਤੇ ਪਹਿਰੇ ਆ, ਜਿਸ ਕਰਕੇ ਬਹੁਤ ਸਾਰੇ ਜਿਹੜੇ ਸਿੱਖ ਸਤਲੁਜੋਂ ਪਾਰ ਹੋਏ ਉਹ ਘਰਾਂ ਨੂੰ ਚਲੇ ਗਏ। ਜੋ ਕੁਝ ਸਿੰਘ ਜਿਹੜੇ ਇਸ ਤਰ੍ਹਾਂ ਚਲੇ ਗਏ, ਕੁਝ ਫਿਰ ਪਹਿਲੀਆਂ ਲੜਾਈਆਂ ਵਿੱਚ ਮਾਰੇ ਜਾ ਚੁੱਕੇ ਸੀ। ਇਸ ਕਰਕੇ ਹੁਣ ਸਭਰਾਵਾਂ ਦੇ ਮੈਦਾਨ ਵਿੱਚ ਲੜਨ ਵਾਸਤੇ ਬਹੁਤ ਥੋੜੇ ਰਹਿ ਗਏ। ਪਰ ਤਾਂ ਵੀ ਜਿਹੜੇ ਥੋੜੇ ਜਿਹੇ ਸਨ ਉਹਨਾਂ ਦਾ ਇਰਾਦਾ ਇਹ ਸੀ ਕਿ ਇਉਂ ਜਿਉਣ ਨਾਲੋਂ ਲੜਾਈ ਦੇ ਮੈਦਾਨ ਵਿੱਚ ਲੜ ਕੇ ਮਰ ਜਾਣਾ ਚੰਗਾ ਹੈ। ਪਠਾਨ ਵੇਖ ਚੁੱਕੇ ਨੇ ਕਿ ਬਹਾਦਰ ਖਾਲਸਾ ਫੌਜ ਦੇ ਲੜਨ ਵਿੱਚ ਕਿਸੇ ਤਰ੍ਹਾਂ ਦੀ ਕਸਰ ਬਾਕੀ ਨਹੀਂ ਰੱਖੀ।
ਪਰ ਬੇਈਮਾਨ ਅਫਸਰਾਂ ਤੇ ਫਰੇਬ ਤੇ ਧੋਖੇ ਨਾਲ ਪੰਜਾਬ ਨੂੰ ਨੁਕਸਾਨ ਤੇ ਨੁਕਸਾਨ ਹੀ ਪਹੁੰਚਿਆ। ਪਹਾੜੀਆਂ ਤੇ ਬ੍ਰਾਹਮਣਾਂ ਨੇ ਹਰ ਮੈਦਾਨ ਵਿੱਚ ਖਾਲਸੇ ਨੂੰ ਧੋਖਾ ਦੇ ਕੇ ਮਰਵਾਉਣ ਦੀ ਕੋਸ਼ਿਸ਼ ਕੀਤੀ। ਇਹਦੇ ਤੇ ਵੀ ਖਾਲਸਾ ਫੌਜ ਦੇ ਪੰਚਾਂ ਤੇ ਮਹਾਰਾਣੀ ਸਾਹਿਬ ਨੇ 31 ਜਨਵਰੀ 1846 ਨੂੰ ਰਾਜਾ ਗੁਲਾਬ ਸਿੰਘ ਜੰਮੂ ਵਾਲਾ, ਜਿਹੜਾ ਕਿ ਮਕਰ ਫਰੇਬ ਤੇ ਧੋਖੇ ਦਾ ਪੁਤਲਾ ਸੀ, ਵਜ਼ੀਰ ਬਣਾ ਕੇ ਸਾਰੇ ਸਰਦਾਰਾਂ, ਜਗੀਰਦਾਰਾਂ ਤੇ ਫੌਜੀ ਅਫਸਰਾਂ ਨੂੰ ਹੁਕਮ ਭੇਜਤਾ ਕਿ ਰਾਜਾ ਗੁਲਾਬ ਸਿੰਘ ਜਿਹੜਾ ਮੁੱਦਤ ਤੋਂ ਲਾਹੌਰ ਆਇਆ ਹੋਇਆ ਹੈ, ਵਜ਼ੀਰ ਬਣਾ ਦਿੱਤਾ ਗਿਆ, ਉਹਦਾ ਹੁਕਮ ਮੰਨਣਾ ਹਰ ਇੱਕ ਤੇ ਵਾਜਬ ਹੈ। ਤੇਜ ਸਿੰਘ ਤੇ ਲਾਲ ਸਿੰਘ ਇਹ ਬ੍ਰਾਹਮਣ ਸਨ। ਇਹ ਤਾਂ ਹੁਣ ਸਿੱਖ ਫੌਜ ਨੂੰ ਹੀ ਤਬਾਹ ਕਰਨਾ ਚਾਹੁੰਦੇ ਸੀ ਤੇ ਰਾਜਾ ਗੁਲਾਬ ਸਿੰਘ ਪੁਰਾਣਾ ਪਾਪੀ ਲਾਹੌਰ ਦਰਬਾਰ ਦਾ ਹੀ ਦੁਸ਼ਮਣ ਸੀ। ਉਹਨੇ ਵਜ਼ੀਰ ਬਣਦੇ ਅੰਗਰੇਜ਼ਾਂ ਨੂੰ ਐਸਾ ਰਾਹ ਬਣਾਤਾ ਜੀ ਤੋਂ ਫਿਰ ਉਹ ਬੇਖੱਟ ਕੇ ਲਾਹੌਰ ਆ ਜਾਣ। ਇਹਦੇ ਵਿੱਚ ਕੋਈ ਸ਼ੱਕ ਨਹੀਂ ਸੀ ਕਿ ਬੇਈਮਾਨ ਅਫਸਰ ਸਿੱਖ ਫੌਜ ਨੂੰ ਬਹੁਤ ਸਾਰਾ ਨੁਕਸਾਨ ਪਹੁੰਚਾ ਚੁੱਕੇ ਸੀ, ਪਰ ਫਿਰ ਵੀ ਸਿੱਖ ਫੌਜ ਦੀ ਬੇਅੰਤ ਬਹਾਦਰੀ, ਨਿਡਰਤਾ ਤੇ ਜਵਾਂਮਰਦੀ ਤੋਂ ਅੰਗਰੇਜ਼ ਕੋਈ ਅਣਜਾਣ ਨਹੀਂ ਸਨ। ਐਡਵਰਡ ਸਾਹਿਬ ਉਹ ਆਪਣੀ ਤਾਰੀਖ ਵਿੱਚ ਲਿਖਦਾ ਹੈ ਕਿ ਭਾਵੇਂ ਹੁਣ ਤੱਕ ਦੀਆਂ ਲੜਾਈਆਂ ਵਿੱਚ ਅੰਗਰੇਜ਼ਾਂ ਨੂੰ ਫਤਿਹ ਹੁੰਦੀ ਰਹੀ ਹੈ, ਪਰ ਤਦ ਵੀ ਲਾਰਡ ਹਾਰਡਿੰਗ ਗਵਰਨਰ ਜਨਰਲ ਤੇ ਗੱਫ ਸਾਹਿਬ ਕਮਾਂਡਰ ਇਨ ਚੀਫ ਇਹ ਸਿੱਖਾਂ ਦੇ ਨਾਲ ਲੜਾਈ ਹੋਣ ਦੀ ਖਬਰ ਤੋਂ ਭੈਭੀਤ ਹੋ ਜਾਂਦੇ ਸੀ, ਕਿਉਂਕਿ ਜਾਣਦੇ ਸਨ ਹੁਣ ਤੱਕ ਜਿੰਨੀ ਭਾਜ ਸਿੱਖਾਂ ਨੂੰ ਹੋਈ ਹੈ ਉਹਨਾਂ ਦੇ ਵੱਡੇ ਅਫਸਰਾਂ ਦੀ ਬੇਈਮਾਨੀ ਤੋਂ ਹੋਈ ਹੈ। ਜੇ ਕਦੀ ਕੋਈ ਸਿੱਖ ਸਰਦਾਰ ਕੌਮ ਦੇਸ਼ ਦਾ ਖੈਰ ਖੁਆਹ ਫੌਜ ਨੂੰ ਲੈ ਕੇ ਉੱਠ ਖਲੋਂਦਾ ਤਾਂ ਦਿੱਲੀ ਤੱਕ ਦਾ ਇਲਾਕਾ ਸੰਭਾਲਣਾ ਮੁਸ਼ਕਲ ਹੋ ਜਾਏਗਾ। ਇਹ ਵਿਚਾਰ ਸੀ ਜੋ ਅਫਸਰਾਂ ਦੇ ਰੰਗ ਪੀਲੇ ਕਰ ਦਿੰਦਾ ਸੀ। ਸਿੰਧ ਦਾ ਇਲਾਕਾ ਫਤਿਹ ਕਰਨ ਵਾਲੇ ਨੇਪੀਅਰ ਸਾਹਿਬ ਲਿਖਦੇ ਹੈ, ਜੇ ਕਦੀ ਰਾਜਾ ਗੁਲਾਬ ਸਿੰਘ, ਜਿਹਦੇ ਤੇ ਸਿੱਖਾਂ ਨੂੰ ਬਹੁਤ ਵਿਸ਼ਵਾਸ ਸੀ, ਸਿੱਖਾਂ ਨੂੰ ਨਾਲ ਲੈ ਕੇ ਦ੍ਰਿੜ ਵਿਸ਼ਵਾਸ ਉਹ ਅੰਗਰੇਜ਼ਾਂ ਨਾਲ ਲੜਾਈ ਕਰਨ ਵਾਸਤੇ ਤਤਪਰ ਹੋ ਜਾਂਦਾ, ਤਾਂ ਅੰਗਰੇਜ਼ੀ ਫੌਜ ਜਿਹੜੀ ਪੰਜਾਬ ਦੀਆਂ ਹੱਦਾਂ ਤੇ ਪਈ ਸੀ ਤਲਵਾਰ ਨਾਲ ਕੱਟ ਦੇਣਾ ਸੀ ਉਹਨੇ, ਜੀ ਤੋਂ ਨਵੇਂ ਸਿਰੇ ਸਿੱਖਾਂ ਦੀ ਮਰਜ਼ੀ ਨਾਲ ਅੰਗਰੇਜ਼ਾਂ ਨੂੰ ਸਰਹੱਦ ਕਾਇਮ ਕਰਨੀ ਪੈਂਦੀ। ਪਰ ਗੁਲਾਬ ਸਿੰਘ ਨੂੰ ਐਸੀ ਗੱਲ ਨਾ ਸੁੱਝੀ ਜੀ ਤੋਂ ਉਹ ਨਮਕ ਹਰਾਮ ਵੀ ਨਾ ਬਣਦਾ ਤੇ ਲਾਹੌਰ ਸਲਤਨਤ ਨੂੰ ਕਾਇਮ ਰੱਖ ਕੇ ਆਪਣਾ ਮੁਲਕ ਵੀ 10 ਗੁਣਾ ਕਰ ਲੈਂਦਾ। ਪਰ ਇਹ ਸਮੇਂ ਦਾ ਚੱਕਰ ਹੈ। ਰਾਜਾ ਗੁਲਾਬ ਸਿੰਘ ਡੋਗਰਾ ਇਹਨੂੰ ਤੇਜ ਸਿੰਘ ਤੇ ਲਾਲ ਸਿੰਘ ਨਾਲੋਂ ਵੀ ਸਿੱਖਾਂ ਦਾ ਕੱਟੜ ਵੈਰੀ ਬਣਾ ਦਿੱਤਾ ਗਿਆ। ਇਹਨੇ ਹੁਣ ਮਹਾਰਾਣੀ ਜਿੰਦ ਕੌਰ ਨੂੰ ਕਹਿ ਕਹਾ ਕੇ ਮਸ਼ਵਰੇ ਨਾਲ ਪੰਜਾਬ ਦੀ ਫਤਿਹ ਤੋਂ ਨਿਰਾਸ਼ ਹੋਏ ਲਾਰਡ ਹਾਰਡਿੰਗ ਤੋਂ ਲਾਹੌਰ ਦਾ ਰਾਜ ਕਾਇਮ ਬਣੇ ਰਹਿਣ ਦਾ ਲਿਖਤੀ ਇਕਰਾਰ ਲੈ ਲਿਆ। ਇਹਨਾਂ ਨੇ ਐਸੀਆਂ ਗੱਲਾਂ ਕਹੀਆਂ ਕਿ ਹਰ ਇੱਕ ਗੱਲ ਇਹ ਮਹਾਰਾਣੀ ਜਿੰਦ ਕੌਰ ਦੇ ਮੁੱਖੋਂ ਖਵਾਉਂਦੇ, ਭਾਵ ਜੋ ਇਹ ਕਹਿੰਦੇ ਸੀ ਇਹ ਉਡਾਉਂਦੇ ਸੀ ਕਿ ਸਾਨੂੰ ਤਾਂ ਮਹਾਰਾਣੀ ਜਿੰਦ ਕੌਰ ਨੇ ਆਹ ਗੱਲ ਕਰਨ ਨੂੰ ਕਿਹਾ। ਸਿੱਖਾਂ ਦੇ ਵਿੱਚ ਉਹ ਸਮਾਂ ਐਸਾ ਸੀ ਖਾਲਸਾ ਫੌਜ ਦੇ ਵਿੱਚ ਕਿ ਮਹਾਰਾਣੀ ਜਿੰਦ ਕੌਰ ਦੇ ਨਾਲ ਵੀ ਹੌਲੀ ਹੌਲੀ ਨਫ਼ਰਤ ਹੋਣੀ ਸ਼ੁਰੂ ਹੋ ਗਈ। ਇਹੋ ਜਿਹੇ ਸਮੇਂ ਜਿਹੜੇ ਆ ਲਾਹੌਰ ਦਰਬਾਰ ਵਿੱਚ ਬਣਾਏ ਗਏ ਕਿ ਜਦੋਂ ਅੰਗਰੇਜ਼ੀ ਫੌਜ ਸਿੱਖਾਂ ਤੇ ਹੱਲਾ ਕਰੂਗੀ ਤਦ ਸਿੱਖ ਫੌਜ ਅਫਸਰ ਫੌਜ ਨਾਲੋਂ ਵੱਖ ਹੋ ਜਾਣਗੇ। ਇਹਨਾਂ ਨੇ ਰਾਏ ਬਣਾ ਲਈ ਕਿ ਜੀ ਤੋਂ ਫੌਜ ਖਾਲਸਾ ਆਪੇ ਤਬਾਹ ਹੋ ਜੂ ਤੇ ਮੈਗਜ਼ੀਨ ਆਦਿਕ ਜੰਗੀ ਮਦਦ ਵੀ ਖਾਲਸਾ ਫੌਜ ਨੂੰ ਨਾ ਦਿੱਤੀ ਜਾਵੇਗੀ। ਐਸਾ ਹੀ ਹੋਇਆ। ਹੁਣ ਖਾਲਸਾ ਫੌਜ ਨੂੰ 1 ਮਹੀਨੇ ਤੋਂ ਉੱਪਰ ਦਰਿਆ ਸਤਲੁਜ ਦੇ ਇੱਧਰ ਉੱਧਰ ਪਿਆ ਹੋ ਗਿਆ ਸੀ। ਫੌਜ ਕਹਿੰਦੀ ਸੀ ਕਿ ਹੁਣ ਤੱਕ ਸਾਨੂੰ ਜਿੰਨੀਆਂ ਹਾਰਾਂ ਹੋਈਆਂ ਇਹ ਵੱਡੇ ਅਫਸਰਾਂ ਦੀ ਬੇਈਮਾਨੀ ਤੋਂ ਹੋਈਆਂ, ਇਸ ਕਰਕੇ ਸਾਨੂੰ ਲੜਾਈ ਦਾ ਸਮਾਨ ਦੇ ਦਿਓ, ਅਸੀਂ ਸੁਤੰਤਰ ਹੋ ਕੇ ਛੋਟੇ ਅਫਸਰਾਂ ਦੇ ਵਿੱਚ ਇੱਕ ਵਾਰੀ ਫਿਰ ਇਸ ਤਰ੍ਹਾਂ ਲੜਾਈ ਕਰਾਂਗੇ। ਪਰ ਇਹ ਬ੍ਰਾਹਮਣ ਲਾਲ ਸਿੰਘ ਤੇ ਤੇਜ ਸਿੰਘ ਇਹ ਗੱਲ ਨਹੀਂ ਮੰਨਦੇ ਸੀ। ਉਹ ਜਾਣਦੇ ਸੀ ਕਿ ਜੇ ਕਦੀ ਖਾਲਸਾ ਫੌਜ ਸੁਤੰਤਰ ਹੋ ਕੇ ਇਹਨਾਂ ਨੂੰ ਲੜਾਈ ਦਾ ਮੌਕਾ ਮਿਲ ਗਿਆ ਨਾ ਤਦ ਇੰਨੀ ਜੋਸ਼ ਵਿੱਚ ਆ ਕੇ ਲੜੂਗੀ, ਨਾ ਤਾਂ ਸਾਡੀ ਸੁੱਖ ਰਹਿਣੀ ਹੈ ਨਾ ਅੰਗਰੇਜ਼ਾਂ ਦੀ ਰਹਿਣੀ ਹੈ। ਇਸ ਕਰਕੇ ਮਿੱਠੀ ਛੁਰੀ ਬਣੇ ਕਹਿਣ ਲੱਗੇ ਵੀ ਦੇਖੋ ਪਿਛਲੀਆਂ ਹਾਰਾਂ ਹੋਈਆਂ, ਅਸੀਂ ਵੀ ਬਹੁਤ ਸ਼ਰਮਿੰਦੇ ਹਾਂ, ਨਾ ਸਾਨੂੰ ਖਾਣ ਦਾ ਸਵਾਦ ਹੈ ਨਾ ਸਾਨੂੰ ਸੌਣ ਦਾ, ਸ਼ਰਮ ਦੇ ਮਾਰੇ ਅਸੀਂ ਮਰਦੇ ਜਾ ਰਹੇ ਹਾਂ।
ਜੇ ਕਦੀ ਤੁਸੀਂ ਸਾਨੂੰ ਅੱਡ ਕਰਕੇ ਲੜੋਗੇ ਸਾਡੀ ਇੱਜ਼ਤ ਹੀ ਮਿੱਟੀ 'ਚ ਮਿਲ ਜੂਗੀ। ਜਿਵੇਂ ਵੇਸ਼ਿਆ ਆਪਣੀ ਕਪਟ ਭਰੀਆਂ ਚਾਲਾਂ ਵਿੱਚ ਪੂਰੀ ਉਤਰਨ ਵਾਸਤੇ ਪਤੀਵਰਤਾ ਇਸਤਰੀਆਂ ਨਾਲੋਂ ਵੀ ਬਹੁਤੀ ਮੁਹੱਬਤ ਪਿਆਰ ਤੇ ਡੋਰੇ ਸੁੱਟਦੀ ਹੈ, ਇਹ ਫਰੇਬ ਦਗੇਬਾਜ਼ ਤੇ ਗੰਢਾਂ ਕੱਟਣ ਵਾਲੇ ਸੱਚੇ ਮਿੱਤਰਾਂ ਨਾਲੋਂ ਵੀ ਵਧੇਕ ਨਿਮਰਤਾ ਤੇ ਮਿੱਠੀਆਂ ਗੱਲਾਂ ਕਰਕੇ ਜਾਲ 'ਚ ਫਸਾਉਂਦੇ ਰਹੇ। ਇਸ ਤਰ੍ਹਾਂ ਇਹਨਾਂ ਦੇ ਦਿਲ ਕਾਲੇ ਬੇਈਮਾਨ ਅਫਸਰਾਂ ਨੇ ਹਜ਼ਾਰਾਂ ਸੌਹਾਂ ਵੀ ਖਾਲਸਾ ਫੌਜ ਮੂਹਰੇ ਖਾਣੀਆਂ ਸ਼ੁਰੂ ਕਰਤੀਆਂ। ਮਿੰਨਤਾਂ ਤਰਲੇ ਕਰਕੇ ਫੌਜ ਖਾਲਸੇ ਨੂੰ ਮੋਮ ਵਾਂਗੂ ਨਰਮ ਕਰ ਲਿਆ ਤੇ ਪਿਛਲੀਆਂ ਲੜਾਈਆਂ ਵਿੱਚ ਹੋਏ ਫੱਟੜਾਂ ਦੀ ਦੁਰਗਤੀ ਫੌਜ ਦੇਖ ਚੁੱਕੀ ਸੀ। ਦਰਿਆ ਸਤਲੁਜ ਸਿੰਘ ਸ਼ਹੀਦਾਂ ਦੇ ਖੂਨ ਨਾਲ ਰੰਗਿਆ ਗਿਆ ਤੇ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਵਗ ਰਿਹਾ ਸੀ। ਘੜੀ ਘੜੀ ਵੱਡੇ ਅਫਸਰਾਂ ਵੱਲੋਂ ਹੋਏ ਫਰੇਬ ਤੇ ਧੋਖੇ ਨੇ ਫੌਜ ਦੇ ਦਿਲ ਲੜਨ ਤੋਂ ਖੱਟੇ ਕਰ ਦਿੱਤੇ ਸੀ। ਉਹ ਨਹੀਂ ਚਾਹੁੰਦੇ ਸੀ ਕਿ ਇਹਨਾਂ ਅਫਸਰਾਂ ਦੇ ਅਧੀਨ ਹੋ ਕੇ ਫਿਰ ਲੜਾਈ ਕੀਤੀ ਜਾਵੇ। ਪਰ ਉਧਰੋਂ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ, ਜਿਹੜਾ ਕਿ ਸੱਚਾ ਤੇ ਬਹਾਦਰ ਸਿੰਘ, ਜਿਹਨੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਨਾਲ ਰਹਿ ਕੇ ਜੰਗ ਜਿੱਤੇ ਸਨ, ਉਹ ਕਹਿਣ ਤੇ ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ ਆਦਿਕ ਕੌਮੀ ਸ਼ਹੀਦਾਂ ਦੇ ਜਿਉਣ ਦੇ ਹਾਲਾਤ ਸੁਣ ਕੇ ਹੁਣ ਸਭਰਾਵਾਂ ਦੇ ਕੋਲ ਲੜਾਈ ਕਰਨ ਵਾਸਤੇ ਸਿੰਘ ਤਿਆਰ ਹੋ ਗਏ। ਤੋ ਸਭਰਾਵਾਂ ਦੇ ਲਾਗੇ ਇੱਕ ਕੱਚਾ ਕਿਲਾ ਤੇ ਖਾਈ ਬਣਾ ਲਈ। 68 ਤੋਂ ਪੈਸੇ ਢੰਗ ਨਾਲ ਬੀੜੀਆਂ ਕਿ ਅੰਗਰੇਜ਼ ਇੰਜੀਨੀਅਰ ਵੀ ਵੇਖ ਕੇ ਦੰਗ ਰਹਿ ਗਏ। ਸਿੱਖਾਂ ਦੀ ਉਸ ਵੇਲੇ ਦੀ ਫੌਜ ਦੀ ਗਿਣਤੀ ਦਾ ਅਨੁਮਾਨ ਕਈ 30,000 ਲਾਉਂਦੇ ਹੈ, ਲੇਕਿਨ ਜਿਹੜਾ ਉਸ ਸਮੇਂ ਦਾ ਅਫੀਸਰ ਹੈ ਕਨਿੰਗਮ ਜੀ ਨੇ ਸਿੱਖ ਇਤਿਹਾਸ ਲਿਖਿਆ, ਉਹ ਸਿੱਖਾਂ ਦੀ ਗਿਣਤੀ 20,000 ਲਿਖਦਾ ਹੈ। ਪਰ ਇੱਕ ਸਿੰਘ ਯੁੱਧ ਦਾ ਕਰਤਾ ਪੁਸਤਕ ਹੈ ਸਿੰਘ ਯੁੱਧ, ਉਹਦਾ ਖਿਆਲ ਹੈ ਕਿ ਇਸ ਲੜਾਈ ਵਿੱਚ ਸਿੱਖ ਸਿਰਫ 15,000 ਸੀ। ਅੰਗਰੇਜ਼ਾਂ ਦੇ ਹੌਸਲੇ ਬਹੁਤ ਵੱਧ ਰਹੇ ਸੀ। ਆਲੀਵਾਲ ਦੀ ਫਤਿਹ ਨੇ ਇਹਨਾਂ ਨੂੰ ਅੰਗਰੇਜ਼ਾਂ ਨੂੰ ਅੱਗੇ ਨਾਲੋਂ ਵੀ ਦੂਣਾ ਕਰਤਾ। ਬੱਦੋਵਾਲ ਦੀ ਜਿੱਤ ਤੋਂ ਫਿਰ ਇਹਨਾਂ ਦੇ ਵਿੱਚ ਨਵਾਂ ਜੋਸ਼ ਆ ਗਿਆ ਸੀ, ਜੋ ਸਭ ਤੋਂ ਵੱਧ ਕੇ ਗੱਲ ਜਿਹਦੇ ਤੇ ਹੋਰ ਵੀ ਤਕੜਾ ਕਰਤਾ ਸਾਰੇ ਹਿੰਦ 94 ਫੌਜੀ ਅਫਸਰਾਂ ਦਾ ਆਪਣੀ ਸੈਨਾ ਦੇ ਸਮੇਤ ਆ ਜਾਣਾ। 15 ਫਰਵਰੀ ਨੂੰ ਲੜਾਈ ਦਾ ਦਿਨ ਨਿਯਤ ਹੋ ਗਿਆ। ਅੰਗਰੇਜ਼ਾਂ ਨੇ ਇੱਕ ਨਵੇਂ ਹੀ ਢੰਗ ਨਾਲ ਹਮਲੇ ਦੀ ਤਿਆਰੀ ਕੀਤੀ, ਪਰ ਤਿੰਨ ਪਾਸੇ ਤੋਂ 15,000 ਪੈਦਲ ਫੌਜ 120 ਤੋਪਾਂ ਨਾਲ ਹਮਲਾ ਕਰਨ ਲੱਗੀ। 12,000 ਸਵਾਰ ਇਸ ਗੱਲ ਵਾਸਤੇ ਨਿਯਤ ਕੀਤੇ ਗਏ ਕਿ ਰਾਜਾ ਲਾਲ ਸਿੰਘ ਦੇ ਅਧੀਨ ਜਿਹੜੀ ਸਿੱਖਾਂ ਦੀ ਫੌਜ ਆ ਉਹਨੂੰ ਰੋਕਣਾ। ਫਿਰੋਜ਼ਪੁਰ ਦੀ ਫੌਜ ਨੂੰ ਹੁਕਮ ਹੋਇਆ, ਜਿਸ ਵੇਲੇ ਫਤਿਹ ਦੀ ਖਬਰ ਪਹੁੰਚੇ, ਵੱਡੀਆਂ ਕਿਸ਼ਤੀਆਂ ਜਿਹੜੀਆਂ ਉਸ ਸਮੇਂ ਬੰਬਈ ਤੋਂ ਆਈਆਂ ਸੀ ਉਹਨਾਂ ਤੇ ਸਵਾਰ ਹੋ ਕੇ ਝੱਟ ਤੁਸੀਂ ਕਸੂਰ ਪਹੁੰਚ ਜਾਣਾ। 9 ਫਰਵਰੀ ਨੂੰ 3 ਵਜੇ ਇਹ ਗੋਂਦ ਗੁੰਦੀ ਜਾ ਰਹੀ ਸੀ। ਨਿਜ਼ਾਮੂਦੀਨ ਕਸੂਰ ਦਾ ਅਫਗਾਨ, ਜਿਹੜਾ ਕਿ ਰਾਜੇ ਲਾਲ ਸਿੰਘ ਦੀਆਂ ਚਿੱਠੀਆਂ ਨਿਕਲਸਨ ਇੱਕ ਉਹਦੇ ਕੋਲੇ ਲੈ ਜਾਂਦਾ ਸੀ ਤੇ ਹੱਥ ਨਿਮਕ ਹਰਾਮ ਲਾਲ ਸਿੰਘ ਨੇ ਇਉਂ ਉਹਦੇ ਹੱਥ ਚਿੱਠੀ ਭੇਜੀ, ਜਿਹਦੇ 'ਚ ਲਿਖਿਆ ਕਿ ਪੈਦਲ ਫੌਜ ਦਾ ਅਫਸਰ ਤੇਜ ਸਿੰਘ ਨਿਯਤ ਹੋਇਆ, ਉਹ ਆਪਣੇ ਇਕਰਾਰ ਤੇ ਪੱਕਾ ਰਹੂਗਾ। ਜਿਹੜੀ ਘੋੜਸਵਾਰ ਫੌਜ ਆ ਉਹ ਮੇਰੇ ਅਧੀਨ ਹੈ, ਇਹਨਾਂ ਨੂੰ ਖੜਾਉਣ ਦਾ ਕੰਮ ਮੈਂ ਕਰੂੰਗਾ। ਆਪਣੇ ਵੱਲੋਂ ਹਰ ਸੰਭਵ ਚਾਲ ਜਿਹੜੀ ਅਸੀਂ ਅੰਗਰੇਜ਼ਾਂ ਨੂੰ ਲਾਭ ਪਹੁੰਚਾਉਂਦੇ ਚੱਲਾਂਗੇ। ਯਤਨ ਕੀਤਾ ਜਾਊ ਕਿ ਬਿਨਾਂ ਇੱਕ ਪਲੀਤਾ ਦਾਗੇ ਦੇ ਕੰਮ ਹੋ ਜੇ। ਸਿੱਖਾਂ ਦੇ ਕਿਲੇ ਦੀ ਦੱਖਣ ਵਾਲੀ ਦੀਵਾਰ ਇਹ ਵੀ ਦੱਸਦਾ ਵੀ ਬਹੁਤ ਕਮਜ਼ੋਰ ਹੈ, ਤੁਸੀਂ ਉਸ ਪਾਸਿਓਂ ਹਮਲਾ ਕਰਨਾ। ਇਹ ਸਾਰਾ ਕੰਮ ਤੇਜਾ ਤੇ ਲਾਲ ਨੇ ਦੱਸਿਆ। ਇਹ ਹਾਲ ਹੁਣ ਸਰਦਾਰ ਮਹਿਤਾਬ ਸਿੰਘ ਲੰਡੀ, ਉਹਦੀ ਲਿਖਤੀ ਕਿਤਾਬ ਜਿਹੜੀ ਹੈ ਉਹਦੇ ਤੇ ਲਿਖਿਆ ਹੋਇਆ ਸਾਰਾ ਮਿਲਿਆ ਕਿ ਨਿਮਕ ਹਰਾਮ ਗੁਲਾਬ ਸਿੰਘ ਦੇ ਸੁਨੇਹੇ ਨੇ ਅੰਗਰੇਜ਼ਾਂ ਨੂੰ ਬਹੁਤ ਲਾਭ ਪਹੁੰਚਾਇਆ। ਕਮਾਂਡਰ ਇਨ ਚੀਫ ਜਿਹਦਾ ਨਾਮ ਸੀ ਗਫ ਸਾਹਿਬ ਤੇ ਅਬਲਾਟ ਸਾਹਿਬ, ਇਹਨਾਂ ਨੇ ਕਿਲੇ ਦੀ ਇਸ ਦੀਵਾਰ ਤੇ ਹਮਲਾ ਕਰਨ ਵਾਸਤੇ ਸਰ ਰਾਬਰਟ ਡਿਕ, ਇਹ ਨਾਂ ਸੀ ਅੰਗਰੇਜ਼ੀ ਅਫਸਰ ਦਾ, ਜਿਹੜਾ ਫੌਜ ਦੇ ਇੱਕ ਵੱਡੇ ਹਿੱਸੇ ਦਾ ਕਮਾਨੀਅਰ ਸੀ, ਉਹਨੂੰ ਨਿਯਤ ਕੀਤਾ। 10 ਫਰਵਰੀ ਸਵੇਰ ਦੇ ਵੇਲੇ 120 ਤੋਪਾਂ ਜਿਹੜੀਆਂ ਪਹਾੜਾਂ ਨੂੰ ਉਡਾਉਣ ਦੀ ਸ਼ਕਤੀ ਰੱਖਦੀਆਂ ਸੀ ਸਿੱਖਾਂ ਦੇ ਮੋਰਚੇ ਵੱਲ ਨੂੰ ਜੋੜ ਦਿੱਤੀਆਂ ਗਈਆਂ। ਇਹ ਤੋਂ ਸਰਬਾਲ ਗਿਲਬਰਾਟ ਇਹ ਆਪਣੀ ਫੌਜ ਲੈ ਕੇ ਇੱਕ ਸਾਹਿਬ ਦੇ ਸੱਜੇ ਹੱਥ ਜਾ ਖੜਿਆ। ਸਮਿਥ ਸਾਹਿਬ ਵੀ ਇਉਂ ਹੀ ਆਪਣੀ ਸੈਨਾ ਸਮੇਤ
ਇੱਕ ਸਾਹਿਬ ਦੇ ਇੱਕ ਪਾਸੇ ਹੋ ਗਿਆ। ਇਹਨਾਂ ਤਿੰਨਾਂ ਹਿੱਸਿਆਂ ਵਿੱਚ 16,000 ਸਵਾਰ ਰਾਜਪੂਤ ਤੇ ਗੋਰੇ ਸੀ। ਦੂਜੇ ਪਾਸੇ ਬ੍ਰਾਹਮਣ ਲਾਲ ਸਿੰਘ ਦੀ ਨਿਗਰਾਨੀ ਵਿੱਚ 8,000 ਸਵਾਰ ਫੌਜ ਇਸ ਕਰਕੇ ਖੜੀ ਕਰਤੀ ਕਿ ਮਤਾ ਉਹ ਵੀ ਅੱਗੇ ਨਾ ਵਧਿਆ। 6:30 ਵਜੇ 120 ਤੋਪਾਂ ਨੇ ਇੱਕੋ ਵਾਰੀ ਆਕਾਸ਼ ਨੂੰ ਗੂੰਜਣ ਲਾਤਾ। ਐਸੀ ਆਵਾਜ਼ ਨਾਲ ਸਿੰਘਾਂ ਦੇ ਉੱਤੇ ਗੋਲੇ ਸੁੱਟਣੇ ਸ਼ੁਰੂ ਕਰਤੇ, ਜਿਹਦੇ ਨਾਲ ਸਿੱਖਾਂ ਦੀਆਂ ਬਾਲੂ ਦੀਆਂ ਬਣਾਈਆਂ ਹੋਈਆਂ, ਬਾਲੂ ਨਾਮ ਰੇਤੇ ਦਾ ਹੈ, ਉਹ ਬਾਲੂ ਰੇਤਾ ਜਿਹੜਾ ਟਿੱਬਿਆਂ ਦਾ ਰੇਤਾ ਹੁੰਦਾ ਹੈ, ਉਹ ਦੀਵਾਰਾਂ ਡਿੱਗਣ ਤੇ ਸਮਾਨ ਦੀਆਂ ਭਰੀਆਂ ਹੋਈਆਂ ਕਿਸ਼ਤੀਆਂ ਚੂਰ ਚੂਰ ਹੋਣ ਲੱਗੀਆਂ। ਬੇਇੰਤਹਾ ਗੋਲੇ ਫੱਟ ਕੇ ਬਿਉਲੀ ਗੈਸ, ਕਿੱਲ ਗੋਲੀਆਂ ਛਰਰੇ ਇਹ ਖਾਲਸਾ ਫੌਜ ਨੂੰ ਬੇਚੈਨ ਕਰਨ ਲੱਗੇ। 3 ਘੰਟੇ ਇੰਨੀ ਅੱਗ ਵਰਸੀ ਜਿਹਦਾ ਕੋਈ ਟਿਕਾਣਾ ਨਹੀਂ, ਪਰ ਸਿੰਘਾਂ ਨੇ ਹੌਸਲਾ ਨਹੀਂ ਹਾਰਿਆ। ਨਿੱਡਰ ਹੋ ਕੇ ਮੈਦਾਨੇ ਜੰਗ ਵਿੱਚ ਖੜੇ ਗੋਲਿਆਂ ਦਾ ਉੱਤਰ ਗੋਲਿਆਂ ਨਾਲ ਦਿੰਦੇ ਰਹੇ, ਕਦਮ ਵੀ ਪਿੱਛੇ ਨਾ ਹਟੇ। ਬਰੂਦ ਦੇ ਧੂਏਂ ਦਾ ਇਹ ਜਾਣੋ ਕਿ ਦੂਜਾ ਆਕਾਸ਼ ਬਣ ਗਿਆ। ਦੋਹਾਂ ਪਾਸਿਆਂ ਤੋਂ 200 ਤੋਪ ਨੂੰ ਰੋਕ ਰੋਕ ਕੇ ਬੱਤੀ ਲਾਈ ਜਾਂਦੀ, ਜਿਨ੍ਹਾਂ ਦੀ ਧਮਕ ਨਾਲ 40-40, 50-50 ਕੋਹ ਦੇ ਫਾਸਲੇ ਤੇ ਬੈਠਿਆਂ ਦੇ ਕੰਨ ਪਾੜਦੇ ਸੀ। ਧਰਤੀ ਵੀ ਕੰਬਦੀ ਸੀ। ਸਿੱਖਾਂ ਦੀ ਫੁਰਤੀ ਨਾਲ ਅੰਗਰੇਜ਼ੀ ਫੌਜ ਵਿੱਚੋਂ ਹਰ ਵਾਰੀ ਵਾਹ-ਵਾਹ ਦੀ ਆਵਾਜ਼ ਆਉਂਦੀ, ਕਿਉਂਕਿ ਅੱਜ ਤੱਕ ਅੰਗਰੇਜ਼ਾਂ ਨੂੰ ਸਿੱਖਾਂ ਵਰਗੀ ਬਹਾਦਰ ਕੌਮ ਨਾਲ ਕਦੇ ਵਾਹ ਨਹੀਂ ਸੀ ਪਿਆ। ਕਿਉਂਕਿ ਅੱਜ ਤੱਕ ਐਸਾ ਹੀ ਹੋਇਆ। ਇਸ ਕਰਕੇ ਇਸ ਲੜਾਈ ਵਿੱਚ ਅੰਗਰੇਜ਼ਾਂ ਦੇ ਮੂੰਹ ਤੋਂ ਸਿਵਾਏ ਵਾਹ-ਵਾਹ ਦੇ ਸਿੱਖਾਂ ਲਈ ਹੋਰ ਕੋਈ ਲਫ਼ਜ਼ ਹੀ ਨਹੀਂ ਸੀ ਨਿਕਲਦਾ। 3 ਘੰਟੇ ਬਰਾਬਰ ਤੋਪ ਦੀ ਲੜਾਈ ਹੁੰਦੀ ਰਹੀ। ਦੋਹਾਂ ਪਾਸਿਆਂ ਤੋਂ ਕਿਸੇ ਨੇ ਵੀ ਕਮਜ਼ੋਰੀ ਨਹੀਂ ਦਿਖਾਈ। ਇਹ ਸਾਰਾ ਕੁਝ ਉਸ ਸਮੇਂ ਦਾ ਫੌਜ ਅਫੀਸਰ ਕਨਿੰਗਮ, ਉਹਨੇ ਇੱਕ ਜੋ ਕਿਤਾਬ ਲਿਖੀ ਹੈ ਉਹਦੇ ਵਿੱਚ ਲਿਖਿਆ ਹੋਇਆ, ਇਹ ਵੀ ਲਿਖਿਆ ਹੈ ਕਿ ਅੰਗਰੇਜ਼ੀ ਫੌਜ ਨੂੰ ਜੇ ਕਿਸੇ ਬਹਾਦਰ ਕੌਮ ਨਾਲ ਬਾਹ ਪਿਆ ਤਾਂ ਉਹ ਸਿੱਖਾਂ ਨਾਲ ਪਿਆ। ਸੋ ਜਿੰਨਾ ਹੀ ਦਿਨ ਚੜ੍ਹਦਾ ਗਿਆ ਲੜਾਈ ਜ਼ੋਰ ਫੜਦੀ ਗਈ। ਧੂਏਂ ਦੇ ਘਿਰੇ ਹੋਏ ਬੱਦਲਾਂ ਵਿੱਚ ਤੋਪਾਂ ਦੀ ਗਰਦ, ਪਲੀਤਿਆਂ ਦੀ ਚਮਕ, ਤਲਵਾਰਾਂ ਤੇ ਸੰਗੀਨਾਂ ਦੀ ਝਲਕ ਬਿਜਲੀ ਵਾਂਗੂ ਭਿਅੰਕਰ ਸਮਾਂ ਅੱਖਾਂ ਅੱਗੇ ਲਿਆਉਂਦੀ ਸੀ। ਅੰਤ ਨੂੰ ਅੰਗਰੇਜ਼ਾਂ ਨੇ ਇਸ ਤਰ੍ਹਾਂ ਫਤਿਹ ਹੋਈ ਅਸੰਭਵ ਜਾਣ ਕੇ ਜਿਹੜੀਆਂ ਫਿਰ ਦੀਵਾਰਾਂ ਕੰਧਾਂ ਸੀ, ਉਹਨਾਂ ਜਿਹੜੇ ਸਰਾਖ ਹੋ ਗਏ, ਉਹਨਾਂ ਦੇ ਰਸਤੇ ਪੈਦਲ ਫੌਜ ਨੂੰ ਅੱਗੇ ਕਰਨ ਦੀ ਕੋਸ਼ਿਸ਼ ਕੀਤੀ। 2 ਅੰਗਰੇਜ਼ ਅਫਸਰ ਡਿਕ ਤੇ ਸਟੇਸੀ, ਇਹਨਾਂ ਨੇ ਕਿਲੇ ਦੀ ਦੱਖਣ ਵਾਲੀ ਦੀਵਾਰ ਦੀ ਜਿਹੜੀ ਕਚਿਆਈ ਦੀ ਖਬਰ ਇਹਨਾਂ ਨੂੰ ਲਾਲ ਸਿੰਘ ਨੇ ਦੇਤੀ ਸੀ ਕਿ ਇਹ ਕੰਧ ਕੱਚੀ ਹੈ, ਤੁਸੀਂ ਇੱਧਰ ਦੀ ਹਮਲਾ ਕਰਿਓ। ਉੱਥੋਂ ਦੀ ਅੰਗਰੇਜ਼ਾਂ ਨੇ ਹਮਲਾ ਕੀਤਾ। ਸਿੱਖ ਵੀ ਇਹ ਚਾਲ ਨੂੰ ਤਾੜ ਗਏ। ਉਹਨਾਂ ਨੇ ਆਪਣਾ ਸਾਰਾ ਜ਼ੋਰ ਫਿਰ ਉਸੇ ਪਾਸੇ ਲਾਤਾ। ਬੰਦੂਕਾਂ ਤੇ ਤੋਪਾਂ ਨਾਲ ਅੱਗ ਵਸਾਈ ਕਿ ਡਿਕ ਸਾਹਿਬ ਦੀ ਫੌਜ ਨੂੰ ਬਹੁਤ ਨੁਕਸਾਨ ਪਹੁੰਚਿਆ ਤੇ ਅੰਗਰੇਜ਼ ਪਿੱਛੇ ਹਟਣ ਲਈ ਮਜਬੂਰ ਹੋਏ। ਜਦ ਇਹ ਹਾਲ ਵੇਖਿਆ ਤੇ ਗਿਲਬਰਟ, ਇਹ ਵੀ ਅਫਸਰ ਸੀ ਫੌਜ ਦਾ, ਇਹ ਫੌਜ ਲੈ ਕੇ ਉਸ ਡਿਕ ਸਾਹਿਬ ਨੂੰ ਆ ਕੇ ਮਿਲਿਆ, ਜੀ ਤੋਂ ਫਿਰ ਇਹਨਾਂ ਦੀ ਭੱਜਦੀ ਫੌਜ ਦੇ ਫੇਰ ਪੈਰ ਜੰਮ ਗਏ। ਇਸ ਵੇਲੇ ਲੜਾਈ ਬੜੀ ਬੇਜਿਗਰੀ ਨਾਲ ਸ਼ੁਰੂ ਹੋ ਗਈ। ਜਿਹੜਾ ਡਿਕ ਸਾਹਿਬ ਸੀ ਇੱਕ ਬੜਾ ਹੀ ਸਿਆਣਾ ਤੇ ਬਹਾਦਰ ਅਫਸਰ ਸੀ। ਆਪਣੀ ਫੌਜ ਲੈ ਕੇ ਜਿਹੜੀ ਕਿਲੇ ਦੀ ਖਾਈ ਸੀ ਉਹ ਟੱਪ ਕੇ ਫਤਿਹ ਦਾ ਨਾਅਰਾ ਮਾਰਦਾ ਹੋਇਆ ਸਿੱਖਾਂ ਦੀਆਂ ਤੋਪਾਂ ਦੇ ਵਿੱਚ ਪਹੁੰਚ ਗਿਆ। ਪਰ ਉਹ ਸਿੱਖ ਹੀ ਸੀ ਜਿਹੜੇ ਇਸ ਹਮਲੇ ਨੂੰ ਰੋਕ ਸਕੇ। ਸਿੱਖਾਂ ਨੇ ਆਪਣੀਆਂ ਤੋਪਾਂ ਦੇ ਝੱਟ ਪਲੀਤੇ ਦਾਗ ਤੇ, ਜੀ ਤੋਂ ਅੰਗਰੇਜ਼ੀ ਸਿਪਾਹੀ ਦਾ ਬਹੁਤ ਨੁਕਸਾਨ ਹੋਇਆ। ਜਿਹੜਾ ਇਹ ਡਿਕ ਸਾਹਿਬ ਅਫਸਰ ਸੀ ਅੰਗਰੇਜ਼ਾਂ ਦਾ ਫੱਟੜ ਹੋ ਗਿਆ। ਅੰਗਰੇਜ਼ੀ ਫੌਜ ਪਿੱਛੇ ਨੂੰ ਮੁੜਨ ਲੱਗੀ ਸੀ ਕਿ ਇੰਨੇ ਨੂੰ ਇੱਕ ਹੋਰ ਅੰਗਰੇਜ਼ੀ ਅਫਸਰ ਸਟੇਸੀ ਬਹੁਤ ਸਾਰੀ ਫੌਜ ਲੈ ਕੇ ਪਹੁੰਚ ਗਿਆ, ਜੀ ਤੋਂ ਫਿਰ ਭਿਆਨਕ ਜੰਗ ਸ਼ੁਰੂ ਹੋ ਗਈ, ਜਿਹਦਾ ਸਿੱਟਾ ਫਿਰ ਇਹ ਤੇ ਜ਼ਰੂਰ ਹੋਇਆ ਕਿ ਅੰਗਰੇਜ਼ਾਂ ਨੇ ਉਹ ਮੋਰਚਾ ਸਿੱਖਾਂ ਤੋਂ ਛੁਡਾ ਲਿਆ। ਪਰ ਇਹਦਾ ਕੋਈ ਲਾਭ ਨਹੀਂ ਸੀ, ਕਿਉਂਕਿ ਅਜੇ ਤੱਕ ਵਿਚਕਾਰਲੇ ਮੈਦਾਨ ਦੇ ਵਿੱਚ ਸਿੱਖ ਬੜੀ ਜਮਾਂ ਮਰਦੀ ਨਾਲ ਲੜ ਰਹੇ ਸੀ। ਇਸ ਸਮੇਂ ਕਿਲੇ ਵਿੱਚ ਵੜਨ ਲਈ ਅੰਗਰੇਜ਼ ਜਿੰਨਾ ਜ਼ੋਰ ਲਾ ਰਹੇ ਸੀ, ਸਿੱਖ ਉਨੀ ਸਖਤੀ ਨਾਲ ਮਾਰ ਮਾਰ ਕੇ ਇਹਨਾਂ ਨੂੰ ਪਿੱਛੇ ਹਟਾ ਰਹੇ ਸਨ। ਅਗਲੇ ਹਿੱਸੇ ਦਾ ਪਿੱਛੇ ਹਟਣਾ ਤੇ ਪਿੱਛੇ ਦਾ ਅੱਗੇ ਵਧਣਾ, ਇਸ ਧੱਕੇ ਮੁੱਕੀ ਵਿੱਚ ਅੰਗਰੇਜ਼ੀ ਫੌਜ ਦਾ ਬਹੁਤ ਨੁਕਸਾਨ ਹੋਇਆ। ਜੋ ਡਿੱਗਿਆ ਉਹ ਫਿਰ ਕਦੇ ਉੱਠਿਆ ਨਹੀਂ। ਲਾਸ਼ਾਂ ਤੇ ਲਾਸ਼ਾਂ ਚੜ੍ਹ ਗਈਆਂ। ਰਣ ਖੇਤਰ ਵੇਖਿਆ ਦਿਲ ਕੰਬਦਾ ਸੀ। ਲੜਦੇ ਹੋਏ ਤਾਂ ਬਹੁਤ ਸਾਰੇ ਅੰਗਰੇਜ਼ ਮੈਦਾਨ ਵਿੱਚ ਲੇਟ ਗਏ, ਭੱਜਦੇ ਹੋਏ ਵੀ ਅਣਗਿਣਤ ਸਿੰਘਾਂ ਦੀ ਤਲਵਾਰ ਨਾਲ 2 ਫਾੜ ਹੋ ਗਏ। ਹੈਨਰੀ ਸਮਿਥ
ਫੌਜ ਨੂੰ ਗਿਲਬਰਟ ਦੀ ਫੌਜ ਦੇ ਸੱਜੇ ਪਾਸੇ ਰਹਿਣ ਦਾ ਹੁਕਮ ਸੀ, ਪਰ ਇਸ ਆਪਾ ਧਾਪੀ ਵਿੱਚ ਕਿਸੇ ਨੂੰ ਕੋਈ ਪਤਾ ਨਹੀਂ ਲੱਗਿਆ ਸੀ ਕਿੱਥੇ ਆ, ਜਿਸ ਕਰਕੇ ਅੰਗਰੇਜ਼ ਅਫਸਰ ਸਮਿਥ ਸਾਹਿਬ ਨੂੰ ਵੀ ਪਿੱਛੇ ਹਟਣਾ ਪਿਆ। ਪਰ ਅੰਗਰੇਜ਼ ਗਿੱਦੜਾਂ ਵਾਂਗ ਪਿੱਛੇ ਹਟਣ ਲਈ ਹਿੰਦੁਸਤਾਨ ਵਿੱਚ ਆਏ ਨਹੀਂ ਸਨ। ਉਹ ਤਾਂ ਹੁਣ ਰਾਜ ਕਰਨ ਆਏ ਹੈ। ਹੁਣ ਈਸ਼ਵਰ ਐਸਾ ਕਿ ਇਹ ਸਮਾਂ ਸੀ ਕਿ ਅੰਗਰੇਜ਼ਾਂ ਦਾ ਰਾਜ ਜਿਹਦੇ ਵਿੱਚ ਕਦੇ ਸੂਰਜ ਨਹੀਂ ਸੀ ਡੁੱਬਦਾ ਕਿਸੇ ਨਾ ਕਿਸੇ ਵਿੱਚ, ਕਿਉਂਕਿ ਰਾਜ ਹੀ ਇੰਨੀ ਧਰਤੀ ਤੇ ਸੀ। ਹਰ ਜਗ੍ਹਾ ਕਿਤੇ ਕਿਸੇ ਦੇਸ਼ ਵਿੱਚ ਤੇ ਚੜ੍ਹਿਆ ਹੀ ਹੁੰਦਾ ਨਾ, ਜਿਵੇਂ ਹੁਣ ਆਪਣੇ ਸੂਰਜ ਹੈ ਤੇ ਕਿਸੇ ਹੋਰ ਦੇਸ਼ ਵਿੱਚ ਹਨੇਰਾ ਹੈ। ਇੱਥੇ ਸੂਰਜ ਛਿਪਣਾ, ਕਿਸੇ ਹੋਰ ਦੇਸ਼ 'ਚ ਚੜ੍ਹ ਜਾਣਾ। ਇਸ ਕਰਕੇ ਕਹਿੰਦੇ ਸੀ ਅੰਗਰੇਜ਼ਾਂ ਦੀ ਫੌਜ ਦੇ ਵਿੱਚ ਸੂਰਜ ਨਹੀਂ ਛਿਪਦਾ, ਅੰਗਰੇਜ਼ਾਂ ਦੇ ਰਾਜ ਵਿੱਚ, ਭਾਵ ਇੰਨੇ ਦੇਸ਼ਾਂ 'ਚ ਰਾਜ ਹੀ ਇੰਨੇ ਦੇਸ਼ਾਂ। ਉਹ ਸਮਾਂ ਹੁਣ ਕਿਸੇ ਨਾ ਕਿਸੇ ਦੇਸ਼ ਵਿੱਚ ਤੇ ਰੋਸ਼ਨੀ ਦਿੰਦਾ ਸੀ ਨਾ, ਤੇ ਇਉਂ ਹਿੰਦੁਸਤਾਨ ਜਵਾਹਰਾਂ ਦੀ ਖਾਨ ਤੇ ਸੋਨਾ ਉਗਣ ਵਾਲੇ ਮੁਲਕ ਦੀ ਹਕੂਮਤ ਉਹਨਾਂ ਨੂੰ ਬਿਨਾਂ ਖੂਨ ਵਿਟਿਆਂ ਮਿਲ ਗਈ। ਤੇ ਇੱਕ ਪੰਜਾਬ ਹੀ ਸੀ, ਸੋਚਦੇ ਸੀ ਕਿਵੇਂ ਨਾ ਕਿਵੇਂ ਹੱਥ ਆ ਜੇ। ਤਾਂ ਫਿਰ ਐਸਾ ਇਹਨਾਂ ਨੂੰ ਅਕਲ, ਏਕਤਾ, ਹਿੰਮਤ, ਕੌਮੀ ਪਿਆਰ ਵੀ ਉਦੁੱਤੀ ਮਿਲਿਆ, ਜਿਹਦੇ ਨਾਲ ਭੱਜਦੇ ਹੋਏ ਫੇਰ ਪੈਰ ਜਮਾ ਕੇ ਖੜੇ ਹੋ ਜਾਂਦੇ। ਸਿੱਖਾਂ ਦੇ ਧੂੜ ਕੋਟ ਵਿੱਚ ਭਾਵੇਂ ਰਸਤੇ ਬਹੁਤ ਸਾਰੇ ਬਣ ਗਏ, ਪਰ ਸਿੱਖਾਂ ਦੇ ਜੰਬੂਰਕਾਂ ਤੇ ਹਲਕੀਆਂ ਤੋਪਾਂ ਅੰਗਰੇਜ਼ਾਂ ਨੂੰ ਅੰਦਰ ਜਾਣ ਨਹੀਂ ਸੀ ਦਿੰਦੀਆਂ। ਸਿੱਖ ਉਹਨਾਂ ਤੋਂ ਬੜੀ ਦਲੇਰੀ ਨਾਲ, ਤੇਜ਼ੀ ਨਾਲ ਕੰਮ ਲੈ ਰਹੇ ਸਨ। ਹਰ ਇੱਕ ਸਿੱਖ ਹੱਥ ਭਰ ਧਰਤੀ ਛੱਡਣ ਪਿੱਛੇ ਆਪਣਾ ਖੂਨ ਵਹਾ ਰਿਹਾ ਸੀ, ਪਰ ਸ਼ੋਕ ਕਿ ਉਹਨਾਂ ਦੀ ਹਿੰਮਤ ਤੇ ਸਿੱਖਾਂ ਦੀ ਬਹਾਦਰੀ ਵੇਖ ਕੇ ਕੋਈ ਮਦਦ ਦੇਣ ਵਾਲਾ ਨਹੀਂ ਸੀ। ਇਸ ਕਰਕੇ ਸਿੱਖਾਂ ਦੇ ਭਾਗਾਂ ਵਿੱਚ ਕੁਝ ਹੋਰ ਹੀ ਲਿਖਿਆ ਸੀ। ਅੱਗੇ ਬਹਾਦਰ ਦੁਸ਼ਮਣ ਹੈ, ਪਿੱਛੇ ਦਗੇਬਾਜ਼ ਅਫਸਰ ਜਾਨ ਦੇ ਬੈਰੀ ਹੈ, ਤੇ ਵਿਚਾਲੇ ਹੁਣ ਸਿੱਖ ਨੇ। ਨਿਮਕ ਹਰਾਮ ਲਾਲ ਸਿੰਘ ਫੌਜ ਲਈ ਖੜਾ ਹੈ ਤੇ ਲੜਾਈ ਦਾ ਤਮਾਸ਼ਾ ਵੇਖ ਰਿਹਾ। ਉਹਦੀ ਫੌਜ ਨੇ ਸਿੱਖ ਸੈਨਾ ਦਾ ਸੱਜਾ ਹੱਥ ਖਾਲੀ ਹੁੰਦਾ ਵੇਖਿਆ। ਕਈ ਵਾਰੀ ਉਹ ਜਗ੍ਹਾ ਮੱਲਣ ਦੀ ਗੱਲ ਕਹੀ, ਪਰ ਜਿਸ ਬੇਧਰਮੇ ਨੇ ਖਾਲਸਾ ਫੌਜ ਨੂੰ ਕਟਾਉਣਾ ਹੀ ਆਪਣੀ ਜਿੱਤ ਸਮਝ ਲਈ ਸੀ, ਇਹਨੇ ਫਿਰ ਭੋਰਾ ਜਿੰਨੀ ਵੀ ਗੱਲ ਨਾ ਸੁਣੀ। ਹੁਣ ਇਸ ਸੱਜੇ ਪਾਸੇ ਨੂੰ ਖਾਲੀ ਵੇਖ ਕੇ ਜਿਹੜਾ ਡਿਕ ਸਾਹਿਬ ਅੰਗਰੇਜ਼ੀ ਅਫਸਰ ਹੈ, ਉਹਦੀ ਹਾਰੀ ਹੋਈ ਫੌਜ ਨੂੰ ਆਪਣੀ ਸ਼ਰਮਿੰਦਗੀ ਧੋਣ ਦਾ ਸਮਾਂ ਮਿਲ ਗਿਆ। ਇਸ ਡਿਕ ਸਾਹਿਬ ਨੇ ਇਸ ਹਿੱਸੇ ਤੇ ਸਹਿਜ ਨਾਲ ਕਬਜ਼ਾ ਕਰ ਲਿਆ, ਜਿੱਤੋਂ ਦਰਮਿਆਨੀ ਹਿੱਸੇ ਤੇ ਕਬਜ਼ਾ ਕਰਨ ਵਾਲੀ ਗਿਲਬਰਟ ਸਾਹਿਬ ਦੀ ਫੌਜ ਨੂੰ ਬਹੁਤ ਮਦਦ ਮਿਲ ਗਈ। ਉਹ ਵੀ ਬੜੀ ਤੇਜ਼ੀ ਨਾਲ ਅੱਗੇ ਵਧਣ ਲੱਗੀ। ਫਿਰ ਗਿਲਬਰਟ ਫੌਜ ਦਾ ਅਫਸਰ ਹੈ, ਇਹਦੀ ਮਦਦ ਨਾਲ ਸਮਿਥ ਤੇ ਸਟੇਸ਼ੀ, ਉਹ ਵੀ ਉਹਨਾਂ ਦੀ ਫੌਜ ਵੀ ਆ ਗਈ। ਉਸ ਵੇਲੇ ਤਿੰਨ ਪਾਸਿਆਂ ਤੋਂ 200 ਤੋਪਾਂ ਦੀ ਮਾਰ, 18,000 ਬੰਦੂਕਾਂ ਦੀਆਂ ਗੋਲੀਆਂ ਦੀ ਵਿਛਾੜ ਇੰਨੀ ਤਿੱਖੀ ਸਿੱਖਾਂ ਦੇ ਪੈ ਰਹੀ ਸੀ, ਜਿਹਦੇ ਸਾਹਮਣੇ ਸੌਣ ਦਾ ਮੀਂਹ ਵੀ ਸ਼ਰਮਿੰਦਾ ਹੋ ਰਿਹਾ ਸੀ। ਪਰ ਸਿੱਖਾਂ ਨੇ ਭੋਰਾ ਵੀ ਹਿੰਮਤ ਨਹੀਂ ਹਾਰੀ, ਸਗੋਂ ਸ਼ੇਰਾਂ ਵਾਂਗ ਛਾਲਾਂ ਮਾਰਦੇ ਅੰਗਰੇਜ਼ੀ ਫੌਜ ਤੇ ਆ ਪਏ। ਕੇਲਿਆਂ ਵਾਂਗੂ ਗੋਰੇ ਉਹਨਾਂ ਨੂੰ ਕੱਟਣ ਲੱਗੇ, ਗੋਰਿਆਂ ਨੂੰ ਪਿੱਛੇ ਭੱਜੇ। ਕਦੇ ਤਾਂ ਸਿੱਖਾਂ ਦੀ ਫੌਜ ਅੰਗਰੇਜ਼ਾਂ ਦੀ ਸੈਨਾ ਨੂੰ ਅੱਗੇ ਲਾ ਲੈਂਦੀ, ਕਦੇ ਅੰਗਰੇਜ਼ੀ ਸੈਨਾ ਸਿੱਖ ਸੈਨਾ ਨੂੰ ਅੱਗੇ ਲਾ ਲੈਂਦੀ। 2 ਘੰਟੇ ਇਹੋ ਜਿਹਾ ਹਾਲ ਰਿਹਾ। ਇਸ ਜੰਗ ਨੂੰ ਵੇਖ ਕੇ ਉਹ ਅੰਗਰੇਜ਼ ਜਿਨ੍ਹਾਂ ਨੇ ਕਦੇ ਨਪੋਲੀਅਨ ਦੇ ਜੰਗ ਵੇਖੇ ਸੀ, ਉਹ ਦੰਦਾਂ ਦੇ ਵਿੱਚ ਉਂਗਲੀ ਦੇ ਕੇ ਰਹਿ ਗਏ ਤੇ ਸਿੱਖਾਂ ਨੂੰ ਵਾਹ-ਵਾਹ ਕਰਦੇ ਨੇ। ਦੋਹਾਂ ਪਾਸਿਆਂ ਤੋਂ ਬੜੀ ਬਹਾਦਰ ਹਿੰਮਤ ਜਵਾਂ ਮਰਦੀ ਨਾਲ ਲੜਦੇ ਸੀ। ਕੋਈ ਇੱਕ ਦੂਜੇ ਤੋਂ ਘੱਟ ਨਹੀਂ ਸੀ ਨਜ਼ਰ ਆਉਂਦਾ, ਬਲਕਿ ਤਲਵਾਰ ਦੀ ਲੜਾਈ ਵਿੱਚ ਤਾਂ ਸਿੱਖਾਂ ਦਾ ਕਦਮ ਅੱਗੇ ਸੀ। ਐਸੇ ਕਠਿਨ ਮੌਕੇ ਤੇ ਮਦਦ ਦੇ ਕੇ ਫੌਜ ਦਾ ਹੌਸਲਾ ਵਧਾਉਣਾ ਇਹ ਸੈਨਾਪਤੀਆਂ ਦਾ ਕੰਮ ਹੁੰਦਾ ਹੈ। ਪਰ ਮੰਦਭਾਗੇ ਸਿੱਖਾਂ ਦਾ ਵੈਰੀ ਲਾਲ ਸਿੰਘ ਤਾਂ 10,000 ਆਪਣੀ ਸੈਨਾ ਨੂੰ ਅੱਗੇ ਪਿੱਛੇ ਕਰਕੇ ਤਮਾਸ਼ਾ ਵੇਖਦਾ ਰਿਹਾ। ਲੂਣ ਹਰਾਮੀ ਤੇਜ ਸਿੰਘ ਆਪਣੀ ਅਰਦਲ ਦੇ 5,000 ਜਵਾਨਾਂ ਨੂੰ ਨਾਲ ਲੈ ਕੇ ਭੱਜ ਪਿਆ। ਇਹਨੇ ਭਾਜੜ ਪਾਤੀ। ਜਾਂਦੀ ਵੀਰ ਦਰਿਆ ਤੇ ਜਿਹੜਾ ਪੁਲ ਬਣਿਆ ਸੀ ਨਾ, ਉਹਦੇ ਵਿੱਚੋਂ 2 ਕਿਸ਼ਤੀਆਂ ਤੇਜ ਸਿੰਘ ਜਾਣ ਬੁੱਝ ਕੇ ਡੋਬ ਗਿਆ ਤੇ ਗੋਲ ਅੰਦਾਜ਼ਾਂ ਨੂੰ ਬਰੂਦ ਦੇਣਾ ਵੀ ਬੰਦ ਕਰਤਾ ਇਹਨੇ। ਹੁਣ ਜਦੋਂ ਸਿੱਖਾਂ ਨੂੰ ਪਿੱਛੋਂ ਮਦਦ ਵੀ ਆ ਗਈ, ਉਹ ਪੁਲ ਵੀ ਕਿਸ਼ਤੀਆਂ 2 ਡੋਬਤਾ। ਕਈ ਗੋਲ ਅੰਦਾਜ਼ਾਂ ਤੋਂ ਸੁਣਿਆ ਕਿ ਉਹਨਾਂ ਦੀਆਂ ਕੁਝ ਪੇਟੀਆਂ ਵਿੱਚੋਂ ਤਾਂ ਐਸਾ ਹਾਲ ਹੋਇਆ, ਬਰੂਦ ਦੀ ਜਗ੍ਹਾ ਸਰੋਂ ਨਿਕਲੀ।
ਹੁਣ ਇਹ ਸੋਚਣ ਵਾਲੀ ਗੱਲ ਹੈ ਵੀ ਜਿਸ ਫੌਜ ਦੇ ਅਫਸਰਾਂ ਦੀ ਬਦਨੀਤੀ ਦਾ ਇਹ ਹਾਲ ਹੋਵੇ, ਉਹ ਫੌਜ ਵਿਚਾਰੀ ਕਿਵੇਂ ਜਿੱਤ ਸਕਦੀ ਹੈ? ਬਿਨਾਂ ਸਰਦਾਰ ਦੇ ਫੌਜ ਕਦੋਂ ਕੁ ਤੱਕ ਲੜ ਸਕਦੀ ਸੀ? ਭੱਜਣ ਨੂੰ ਤਿਆਰ ਸੀ। ਉਸ ਸਮੇਂ ਸਿੱਖਾਂ ਦਾ ਪੁਰਾਣਾ ਬਹਾਦਰ ਨੇਕ ਨਾਮ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਘੋੜੇ ਤੇ ਸਵਾਰ ਹੋ ਕੇ ਅੱਗੇ ਵਧਿਆ। ਇਹ ਘਰੋਂ ਤੁਰਿਆ ਹੀ ਸਰਬੰਸ ਦਾਨ ਕਰਕੇ ਸੀ। ਸ਼ਹੀਦੀ ਦੀ ਪ੍ਰਾਪਤੀ ਵਾਸਤੇ ਚਿੱਟੇ ਰੇਸ਼ਮੀ ਬਸਤਰ ਪਾ ਕੇ ਆਇਆ ਸੀ। ਇਹਨੇ ਘੋੜੇ ਨੂੰ ਅੱਡੀ ਲਾ ਕੇ ਹਰ ਪਾਸੇ ਫੌਜ ਵਿੱਚ ਕਹਿਣਾ ਸ਼ੁਰੂ ਕੀਤਾ, ਅਗਵਾਈ ਕਰਨੀ ਸ਼ੁਰੂ ਕੀਤੀ ਹੈ, ਬਹਾਦਰ ਖਾਲਸਾ ਕੌਮ, ਲੂਣ ਤੇ ਧਰਮ ਦੀ ਸ਼ਰਤ ਤੇ ਸਜਾਉਣ ਨਾਲੋਂ ਮਰ ਜਾਣਾ ਚੰਗਾ ਹੈ। ਜੋ ਆਪਣੇ ਸਿੰਘ ਨਾਮ ਤੇ ਵੱਟਾ ਲਾ ਜਾਂਦੇ ਨੇ, ਆਪਣੇ ਗੁਰੂ ਸਾਹਿਬ ਦਾ ਹੁਕਮ ਪੂਰਾ ਕਰੋ, ਕਿਉਂਕਿ ਉਹਦੇ ਤੇ ਚੱਲਣਾ ਖਾਲਸੇ ਦਾ ਧਰਮ ਹੈ। ਅੱਗੇ ਵੱਧ ਕੇ ਮਰੋ ਮਾਰੋ, ਜੀ ਤੋਂ ਉਹ ਦਰਜਾ ਮਿਲੂ ਜਿਹਦੇ ਵਾਸਤੇ ਬੜੇ ਬੜੇ ਰਿਸ਼ੀ ਮੁਨੀ ਤਪਸਵੀ ਜਾਚਨਾ ਕਰਦੇ ਆ। ਇਉਂ ਕਿਹਾ, ਹੇ ਪਿਆਰੇ ਭਰਾਓ ਖਾਲਸਾ ਜੀ, ਲੂਣ ਦੀ ਸ਼ਰਤ ਤੇ ਜਾਨ ਦੇ ਦੇਣੀ ਹੀ ਫਤਿਹ ਹੈ। ਲੜਾਈ ਦੇ ਮੈਦਾਨ ਵਿੱਚੋਂ ਭੱਜ ਜਾਣਾ ਸਿੰਘਾਂ ਦਾ ਕੰਮ ਨਹੀਂ। ਇਹ ਵੀ ਸਮਝ ਲਓ ਕਿ ਹੁਣ ਭੱਜ ਕੇ ਜਾਨ ਵੀ ਨਹੀਂ ਬਚਣੀ ਹੈ, ਕਿਉਂਕਿ ਕੋਈ ਰਾਹ ਭੱਜ ਜਾਣ ਨੂੰ ਰਿਹਾ ਵੀ ਨਹੀਂ। ਤਿੰਨ ਪਾਸੇ ਦੁਸ਼ਮਣ ਦੀ ਫੌਜ ਤੁਹਾਡੀ ਜਾਨ ਲੈਣ ਲਈ ਤਿਆਰ ਖੜੀ ਹੈ। ਚੌਥੇ ਪਾਸੇ ਸਤਲੁਜ ਦਰਿਆ ਜ਼ੋਰਾਂ ਤੇ ਹੈ। ਜਿਹੜਾ ਪੁਲ ਬੇਧਰਮੀ ਤੇਜ ਸਿੰਘ ਉਹ ਤੋੜ ਗਿਆ। ਹੁਣ ਸਵਾਏ ਸਾਹਮਣੇ ਹੋ ਕੇ ਲੜਨ ਦੇ ਹੋਰ ਤੇ ਕੋਈ ਰਸਤਾ ਹੀ ਨਹੀਂ ਦੀਂਦਾ। ਹੁਣ ਜੈਸਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ, ਚੌਕਾਰ ਅੱਜ ਹਮੈ ਹੀਲ ਤੇ ਦਰ ਗੁਜਸਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਜਦੋਂ ਸਾਰੇ ਹੀਲੇ ਮੁੱਕ ਜਾਣ ਖਾਲਸਾ ਜੀ, ਫਿਰ ਤਲਵਾਰ ਦੇ ਮੁੱਠੇ ਤੇ ਹੱਥ ਆ ਜਾਣਾ ਚਾਹੀਦਾ ਹੈ। ਤਲਵਾਰ ਨੂੰ ਹੱਥ ਵਿੱਚ ਲੈਣਾ ਜਾਇਜ਼ ਹੈ ਜਦੋਂ ਸਾਰੇ ਹੀਲਿਆਂ ਤੋਂ ਕੰਮ ਲੰਘ ਜੇ। ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦੀਆਂ ਇਹਨਾਂ ਗੱਲਾਂ ਨੇ ਸਿੰਘਾਂ ਦੇ ਵਿੱਚ ਜਾਨ ਪਾਤੀ। ਤੋਪਾਂ ਨੂੰ ਤਖਤਿਆਂ ਤੋਂ ਗਿਰਾ ਕੇ, ਬੰਦੂਕਾਂ ਨੂੰ ਮੋਢਿਆਂ ਤੋਂ ਸੁੱਟ ਕੇ, ਹੁਣ ਉਹ ਚੀਜ਼ ਜਿਹੜੀ ਖਾਲਸੇ ਦੀ ਸਦਾ ਪਿਆਰੀ ਆ, ਉਹ ਹੈ ਸ੍ਰੀ ਸਾਹਿਬ। ਇਹਨੂੰ ਧੂ ਕੇ ਖਾਲਸੇ ਵੈਰੀ ਦੇ ਦਲ ਤੇ ਜਾ ਪਏ, ਸ਼ੇਰਾਂ ਵਾਂਗੂ ਗੱਜ ਪਏ। 1 ਘੰਟੇ ਤੱਕ ਇਹਨਾਂ ਸ਼ੇਰਾਂ ਦੇ ਅੱਗੇ ਜਿਹੜੇ ਅੰਗਰੇਜ਼ ਸਿਪਾਹੀ ਹੈ ਬੱਕਰੀਆਂ ਵਾਂਗੂ ਭੱਜਦੇ ਰਹੇ। ਜਿੱਧਰ ਇਹ ਚਿੱਟੇ ਚਮੜੇ ਵਾਲਿਆਂ ਦਾ ਝੁੰਡ ਵੇਖਦੇ, ਖਾਲਸੇ ਉੱਧਰ ਜਾ ਪੈਂਦੇ। ਇਹਨਾਂ ਦੇ ਪੈਂਦੇ ਮੈਦਾਨ ਖਾਲੀ ਨਜ਼ਰ ਆਉਂਦਾ ਸੀ। ਸਿੱਖਾਂ ਤੇ 120 ਤੋਪਾਂ ਤੇ 18,000 ਬੰਦੂਕਾਂ ਅੱਗ ਵਸਾਰੀਆਂ ਸੀ, ਜੀ ਤੋਂ ਛਾਨਣੀ ਵਾਂਗੂ ਛੇਕ ਹੋ ਕੇ ਸਿੱਖ ਪਤੰਗਿਆਂ ਦੀ ਤਰ੍ਹਾਂ ਡਿੱਗ ਰਹੇ, ਪਰ ਪਿੱਛੇ ਨਹੀਂ ਸੀ ਹਟਦੇ। ਲਾਸ਼ਾਂ ਦੇ ਢੇਰ ਲਾਗੇ, ਜ਼ਮੀਨ ਲਾਲ ਹੋ ਗਈ। ਇਸ ਲੜਾਈ ਦਾ ਹਾਲ ਲਿਖਦਿਆਂ ਤੇ ਗਿਆਨੀ ਗਿਆਨ ਸਿੰਘ ਕਹਿੰਦੇ, ਕਲਮ ਦਾ ਸੀਨਾ ਵੀ ਫਟਦਾ ਹੈ। ਲਾਰਡ ਗੱਫ ਤੇ ਲਾਰਡ ਹਾਰਡਿੰਗ, ਇਹ ਵੱਡੇ ਵੱਡੇ ਅਫਸਰ ਅੰਗਰੇਜ਼ਾਂ ਦੇ, ਬੜੇ ਸੁਨੇਹੇ ਭੇਜੇ, ਤੁਸੀਂ ਸਿੱਖੋ ਹਥਿਆਰ ਸੁੱਟ ਦਿਓ, ਤੁਹਾਡੀ ਜਾਨ ਬਖਸ਼ੀ ਕੀਤੀ ਜਾਊ। ਪਰ ਸਿੱਖਾਂ ਨੇ ਦੁਸ਼ਮਣ ਦਾ ਪੱਲਾ ਫੜ ਕੇ ਜਿਉਣ ਨਾਲੋਂ ਸ਼ਹੀਦ ਹੋਣਾ ਚੰਗਾ ਸਮਝਿਆ, ਅਧੀਨਤਾ ਸਵੀਕਾਰ ਨਹੀਂ ਕੀਤੀ। ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਗਲ ਦੇ ਵਿੱਚ ਕਫਨੀ ਪਾਈ ਹੈ, ਘੋੜੇ ਤੇ ਸਵਾਰ, ਹੱਥ ਵਿੱਚ ਨੰਗੀ ਤਲਵਾਰ ਲਈ। ਇਹ ਕਹਿੰਦਾ, ਕਿੱਥੇ ਹੈ ਤੁਹਾਡਾ ਲਾਟ, ਕਿੱਥੇ ਹੈ ਲਾਟ? ਇਉਂ ਕਹਿੰਦਾ ਅੰਗਰੇਜ਼ਾਂ ਦੀ ਫੌਜ ਦੇ ਜਾਣੋਂ ਸਮੁੰਦਰ ਵਿੱਚ ਜਾ ਵੜਿਆ। 10-20 ਨੂੰ ਕਤਲ ਕਰਦਾ, ਆਪ ਵੀ ਟੁਕੜੇ ਟੁਕੜੇ ਹੋ ਕੇ ਆਪਣੀਆਂ ਭਰਾਵਾਂ ਦੀਆਂ ਲਾਸ਼ਾਂ 'ਚ ਸੌਂ ਗਿਆ। ਭਾਵੇਂ ਸਰਦਾਰ ਸ਼ਾਮ ਸਿੰਘ ਦੇ ਡਿੱਗਦਿਆਂ ਉਹ ਜਾਣ ਲਓ ਕਿ ਹੁਣ ਲਾਹੌਰ ਦਰਬਾਰ ਦਾ ਝੰਡਾ ਵੀ ਡਿੱਗ ਪਿਆ। ਮੈਦਾਨ ਅੰਗਰੇਜ਼ਾਂ ਦੇ ਹੱਥ ਆਇਆ। ਅੰਤ ਨੂੰ ਜਦੋਂ ਅੰਗਰੇਜ਼ੀ ਰਸਾਲੇ ਤੇ ਪਲਟਣਾ, ਜਿਨ੍ਹਾਂ ਦੀ ਗਿਣਤੀ 30,000 ਦੇ ਕਰੀਬ ਸੀ, ਇੱਕੋ ਵੇਰ 3 ਪਾਸਿਆਂ ਤੋਂ ਸਿੱਖਾਂ ਨੂੰ ਘੇਰ ਕੇ ਅੱਗ ਵਸਾਉਂਦੇ ਹੋਏ ਅੱਗੇ ਵਧਣਾ ਸ਼ੁਰੂ ਕੀਤਾ। ਫਿਰ ਭਲਾ ਤਲਵਾਰ ਦੀ ਲੜਾਈ ਕਿਵੇਂ ਲੜੀ ਜਾਵੇ? ਬਹੁਤ ਸਾਰੇ ਸਿੱਖ ਤਾਂ ਸਾਹਮਣੇ ਹੋ ਕੇ ਮਰ ਗਏ, ਬਾਕੀ ਸਾਰੇ ਗੋਲ ਬੰਨ੍ਹ ਕੇ ਦੁਸ਼ਮਣ ਨਾਲ ਲੜਦੇ, ਪਿੱਛੇ ਹਟਦੇ ਹਟਦੇ ਸਤਲੁਜ ਦੇ ਕੰਢੇ ਤੱਕ ਪਹੁੰਚੇ। ਜੇ ਕਦੇ ਇਸ ਕੌਮ ਦਾ ਵੈਰੀ ਤੇਜ ਸਿੰਘ ਉਹਨੇ ਪੁਲ ਵੀ ਨਾ ਤੋੜਿਆ ਹੁੰਦਾ, ਤਾਂ ਵੀ ਬਹੁਤ ਸਾਰੇ ਸਿੱਖ ਬਚ ਜਾਣੇ ਸੀ। ਹੁਣ ਤੰਗ ਪੈ ਕੇ ਦਰਿਆ 'ਚ ਛਾਲਾਂ ਮਾਰਨੀਆਂ ਪਈਆਂ, ਤਰਨ ਲੱਗੇ, ਫਿਰ ਵੀ ਉਹ ਬੇਤਰਸੇ ਸੰਗ ਦਿਲ ਅੰਗਰੇਜ਼, ਉਹਨਾਂ ਨੇ ਗੋਲੀਆਂ ਦਾ ਮੀਂਹ ਬੰਦ ਨਾ ਕੀਤਾ, ਬਲਕਿ ਸਾਰੀਆਂ ਤੋਪਾਂ ਤੇ ਬੰਦੂਕਾਂ ਉਹਨਾਂ ਤੇ ਹੀ ਜੋੜਤੀਆਂ। ਸਿੱਖਾਂ ਦੇ ਖੂਨ ਨਾਲ ਸਤਲੁਜ ਦਰਿਆ ਦਾ ਰੰਗ ਲਾਲ ਹੋ ਗਿਆ। ਘੋੜੇ ਤੇ ਮਾਲ ਸਵਾਬ ਸਾਰਾ ਪਾਣੀ 'ਚ ਰੁੜ ਗਿਆ। ਪਾਣੀਪਤ ਦੇ ਜੰਗ ਦੇ ਪਿੱਛੋਂ ਦੁਰਾਨੀਆਂ ਤੇ ਮਰਹੱਟਿਆਂ ਦੇ ਵਿਚਕਾਰ ਹੋਇਆ ਸੀ।
ਇੰਨੇ ਜਵਾਨ ਤੇ ਘੋੜੇ ਸ਼ਾਇਦ ਕਿਸੇ ਜੰਗ ਵਿੱਚ ਨਹੀਂ ਮਰੇ ਹੋਣੇ ਜਿੰਨੇ ਕਿ ਸਭਰਾਵਾਂ ਦੇ ਜੰਗ ਵਿੱਚ ਮਰੇ ਆ। ਇਹ ਜੰਗ ਵੀ ਜਾਣੋ, ਇਹਨੂੰ ਫਿਰ ਪੁਰਾਣੇ ਇਤਿਹਾਸਕਾਰ ਜਦੋਂ ਇਹ ਜੰਗ ਹੋਇਆ ਨਾ ਸਭਰਾਵਾਂ ਦਾ, ਤੇ ਇਹਨੂੰ ਦੂਜਾ ਮਹਾਭਾਰਤ ਦਾ ਯੁੱਧ ਕਿਹਾ ਜਾਂਦਾ। ਸਿੱਖਾਂ ਨੂੰ ਬੇਹੱਦ ਹਾਨੀ ਨੁਕਸਾਨ ਪਹੁੰਚਿਆ, ਪਰ ਅੰਗਰੇਜ਼ਾਂ ਨੂੰ ਵੀ ਮੁਰਦਿਆਂ ਤੇ ਗੋਲੀ ਚਲਾਉਣ ਦੇ ਕਾਰਨ ਬਹੁਤ ਬਦਨਾਮੀ, ਇੱਥੋਂ ਤੱਕ ਕਿ ਅੰਗਰੇਜ਼ ਮੁਰਦਿਆਂ ਤੇ ਵੀ ਗੋਲੀ ਚਲਾਉਂਦੇ ਰਹੇ। ਘਨਿੰਗਮ ਇਹਨਾਂ ਦਾ ਹੀ ਫੌਜ ਦਾ ਅਫਸਰ, ਉਹ ਲਿਖਦਾ ਹੈ, ਭਾਵੇਂ ਇਹ ਸਭ ਕੁਝ ਹੋਇਆ ਪਰ ਕਿਸੇ ਸਿੱਖ ਨੇ ਅਧੀਨਤਾ ਸਵੀਕਾਰ ਨਹੀਂ ਕੀਤੀ, ਨਾ ਕਿਸੇ ਨੇ ਪਨਾਹ ਮੰਗੀ। ਉਹ ਬਰਾਬਰ ਆਪਣੇ ਦੁਸ਼ਮਣ ਦੇ ਸਾਹਮਣੇ ਤਲਵਾਰਾਂ ਉਠਾ ਉਠਾ ਕੇ ਗੱਜਦੇ ਰਹੇ। ਫਤਿਹ ਪਾਉਣ ਵਾਲੀ ਕੌਮ ਹਾਰਨ ਵਾਲਿਆਂ ਦੀ ਇਸ ਬੇਅੰਤ ਦਲੇਰੀ ਤੇ ਅਦੁੱਤੀ ਬਹਾਦਰੀ ਵੇਖ ਕੇ ਹੈਰਾਨ ਸੀ। ਸਾਰੇ ਅੰਗਰੇਜ਼ ਅਫਸਰਾਂ ਦੇ ਮੂੰਹ ਤੋਂ ਵਾਹ-ਵਾਹ ਨਿਕਲ ਰਹੀ ਸੀ। ਇਸ ਲੜਾਈ ਦੇ ਵਿੱਚ 2083 ਅੰਗਰੇਜ਼ੀ ਫੌਜ ਦੇ ਫੱਟੜ ਤੇ 320 ਮਾਰੇ ਗਏ। 5 ਤੋਂ 6000 ਸਿੱਖ ਇਸ ਦਿਨ ਲੂਣ ਹਲਾਲ ਕਰਦੇ ਹੋਏ ਸ਼ਹੀਦ ਹੋ ਗਏ ਤੇ ਸਦਾ ਵਾਸਤੇ ਗੁਰੂ ਚਰਨਾਂ ਚਲੇ ਗਏ। ਇਹ ਵੱਡੀ ਹਾਰ ਸ਼ਿਕਸਤ ਸਿੱਖਾਂ ਨੂੰ ਨਿਮਕ ਹਰਾਮੀ ਆਗੂਆਂ ਤੇ ਵਿਸ਼ਵਾਸਘਾਤ ਕਰਨ ਵਾਲੇ ਨੇ ਦਿੱਤੀ, ਜਿਨ੍ਹਾਂ ਤੇ ਸਿੱਖਾਂ ਨੇ ਵਿਸ਼ਵਾਸ ਕੀਤਾ ਤੇ ਵਿਸ਼ਵਾਸ ਦੀ ਸਜ਼ਾ ਮਿਲੀ। ਇਹਨਾਂ ਲੜਾਈਆਂ ਵਿੱਚ ਸਿੱਖਾਂ ਨੂੰ ਹੁਣ ਮਾਲੂਮ ਹੋ ਗਿਆ ਕਿ ਹੁਣ ਅੰਗਰੇਜ਼ਾਂ ਤੋਂ ਬਾਜੀ ਜਿੱਤ ਕੇ ਖੜਨਾ ਬਹੁਤ ਮੁਸ਼ਕਲ ਹੈ। ਭਾਵੇਂ ਮੈਦਾਨੇ ਜੰਗ ਵਿੱਚ ਸਿੱਖਾਂ ਨੇ ਬਹਾਦਰੀ ਤੇ ਦਲੇਰੀ ਅੰਗਰੇਜ਼ਾਂ ਨਾਲੋਂ ਘੱਟ ਕੇ ਨਹੀਂ ਵਿਖਾਈ, ਪਰ ਜਦੋਂ ਸਿੱਖਾਂ ਦੇ ਅਫਸਰਾਂ ਦੀ ਨੀਅਤ ਹੀ ਬਦਨੀਤੀ ਹੋਵੇ, ਬਰੂਦ ਦੀ ਜਗ੍ਹਾ ਸਰੋਂ ਭੇਜਣ, ਪੁਲ ਤੋੜ ਦੇਣ ਤੇ ਨਾਲ ਆਪਣੀ ਫੌਜ ਦੀ ਭਾਜੜ ਪਵਾ ਦੇਣ, ਫਿਰ ਸਿੱਖ ਵਿਚਾਰੇ ਕੀ ਕਰ ਸਕਦੇ ਆ। ਘਨਿੰਗਮ ਲਿਖਦਾ ਹੈ, ਬਹਾਦਰੀ ਵਾਲੇ ਦਿਲ ਤੇ ਕੰਮ ਕਰਨ ਵਾਲੇ ਹੱਥ ਸਿੱਖਾਂ ਵਰਗੇ ਸ਼ਾਇਦ ਹੀ ਕਿਸੇ ਦੂਜੀ ਕੌਮ ਦੇ ਹੋਣਗੇ, ਪਰ ਸ਼ੋਕ ਹੈ ਕਿ ਇਹਨਾਂ ਨੂੰ ਹੌਸਲਾ ਤੇ ਇੱਕ ਬਣਾਉਣ ਵਾਲਾ ਆਗੂ ਨਾ ਮਿਲਿਆ। ਹੁਣ ਸਭਰਾਵਾਂ ਦੀ ਜਿਹੜੀ ਜੰਗ ਦੀ ਜਿੱਤ ਤੋਂ ਪਿੱਛੋਂ 11 ਫਰਵਰੀ ਨੂੰ ਫੌਜਾਂ ਸਮੇਤ ਅੰਗਰੇਜ਼ੀ ਲਾਟ ਨੇ ਦਰਿਆਏ ਸਤਲੁਜ ਤੋਂ ਲੰਘ ਕੇ 12 ਫਰਵਰੀ ਨੂੰ ਇੱਕ ਇਸ਼ਤਿਹਾਰ ਆਪਣੇ ਵੱਲੋਂ ਇਸ ਮਜ਼ਮੂਨ ਦਾ ਕੱਢਿਆ ਕਿ ਜੋ ਮਿੱਤਰਤਾ ਦਾ ਸਬੰਧ ਦੋਨਾਂ ਸਰਕਾਰਾਂ ਦੇ ਵਿੱਚ 1809 ਨੂੰ ਬੱਝਿਆ ਸੀ, 11 ਦਸੰਬਰ 1845 ਤੱਕ ਉਹਦੇ ਤੇ ਅਮਲ ਹੁੰਦਾ ਰਿਹਾ। ਇਹਦੇ ਉਲਟ ਫੌਜ ਖਾਲਸਾ ਅੰਗਰੇਜ਼ੀ ਇਲਾਕੇ ਵਿੱਚ ਖਲਲ ਪਾਉਂਦੀ ਰਹੀ, ਜਿਹਦੀ ਸਜ਼ਾ ਉਹਨਾਂ ਨੂੰ ਮਿਲੀ। ਹਰ ਲੜਾਈ ਵਿੱਚ ਸ਼ਿਕਸਤ ਹੋਈ। 150 ਤੋਪਾਂ ਦੇ ਸਾਰਾ ਅਸਬਾਬ ਉਹਨਾਂ ਦਾ। ਉਹਨੇ ਲਿਖਿਆ ਕਿ ਗੌੜ ਦੀ ਕਿਰਪਾ ਦੇ ਨਾਲ ਸਰਕਾਰ ਅੰਗਰੇਜ਼ੀ ਦੇ ਕਬਜ਼ੇ 'ਚ ਆ ਗਿਆ। ਹੁਣ ਸਰਕਾਰ ਦੀ ਫਤਿਹਮੰਦ ਫੌਜ ਸਤਲੁਜ ਲੰਘ ਕੇ ਪੰਜਾਬ ਦੇ ਮੁਲਕ ਵਿੱਚ ਦਾਖਲ ਹੋ ਗਈ ਹੈ। ਜਦੋਂ ਤੱਕ ਫਸਾਦੀਆਂ ਨੂੰ ਆਪਣੀ ਕੀਤੀ ਦੀ ਸਜ਼ਾ ਮਿਲ ਜਾਵੇ, ਉਸ ਵੇਲੇ ਤੱਕ ਭਾਵੇਂ ਸਰਕਾਰ ਦੀ ਪੰਜਾਬ ਤੇ ਕਬਜ਼ਾ ਕਰਨ ਦੀ ਨੀਅਤ ਨਹੀਂ, ਪਰ ਤਦ ਵੀ ਪੰਜਾਬ ਹੁਣ ਅੰਗਰੇਜ਼ੀ ਫੌਜ ਦੇ ਕਬਜ਼ੇ ਵਿੱਚ ਰਹੇਗਾ। ਲੜਾਈ ਦਾ ਖਰਚ ਵਸੂਲ ਕਰਨ ਤੇ ਅੱਗੇ ਨੂੰ ਬੇਇੰਤਜ਼ਾਮੀ ਦੂਰ ਕਰਨ ਵਾਸਤੇ ਲਾਹੌਰ ਦਰਬਾਰ ਦੇ ਕਈ ਇਲਾਕੇ ਅੰਗਰੇਜ਼ੀ ਅਮਲਦਾਰੀ ਤੇ ਅਖਤਿਆਰ ਵਿੱਚ ਰੱਖੇ ਜਾਣਗੇ। ਲਾਹੌਰ ਦਰਬਾਰ ਨੂੰ ਵੀ ਆਪਣੀ ਕਰਨੀ ਦੀ ਸਜ਼ਾ ਮਿਲੇਗੀ। ਇਹ ਸਾਰਾ ਕੁਝ ਹੁਣ ਲਾਹੌਰ ਪੁੱਜ ਕੇ ਵਰਤੋਂ 'ਚ ਆਊ। ਪਰ ਗਵਰਨਰ ਸਾਹਿਬ ਬਹਾਦਰ ਸਰਕਾਰ ਅੰਗਰੇਜ਼ੀ ਦੇ ਸੱਚੇ ਖੈਰ ਖਵਾ ਦਿਲੀ ਦੋਸਤ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਦੀ ਸਲਤਨਤ ਨੂੰ ਕਾਇਮ ਰੱਖਣ ਦੀ ਮਨਸ਼ਾ ਤੋਂ ਲਾਹੌਰ ਨੂੰ ਮੌਕਾ ਦਿੰਦੇ ਆ ਕਿ ਜੇ ਸਿੱਖ ਕੌਮ ਨੂੰ ਇਹ ਬੰਦੋਬਸਤ ਮਨਜ਼ੂਰ ਨਾ ਹੋਵੇ, ਫਿਰ ਅੰਗਰੇਜ਼ਾਂ ਦੇ ਨਾਲ ਲੜਾਈ ਦੀ ਤਿਆਰੀ ਕੀਤੀ ਜਾਵੇ। ਤਦ ਇਹ ਤੋਂ ਪਿੱਛੋਂ ਜਿਵੇਂ ਸਰਕਾਰ ਨੂੰ ਪੰਜਾਬ ਦਾ ਆਪਣੇ ਕਬਜ਼ੇ ਵਿੱਚ ਲਿਆਉਣਾ ਉਚਿਤ ਸਮਝਿਆ ਜਾਊ, ਉਵੇਂ ਕੀਤਾ ਜਾਊ। ਇਹ ਜਿਹੜਾ ਇਸ਼ਤਿਹਾਰ ਹੈ ਇਹ ਕੱਢਿਆ ਗਿਆ। ਇਹ ਤੋਂ ਬਾਅਦ ਫਿਰ ਕਿਸ ਤਰ੍ਹਾਂ ਕੀ ਹਾਲਾਤ ਬਣਦੇ ਆ, ਉਹ ਆਪਾਂ ਹੁਣ ਅੱਗੇ ਪੜ੍ਹ ਸੁਣ ਲਵਾਂਗੇ। ਟਾਈਮ ਸਮਾਪਤੀ ਦਾ ਹੋ ਚੁੱਕਿਆ ਹੈ। ਗੁਰੂ ਮਹਾਰਾਜ ਕਿਰਪਾ ਕਰਨ, ਭੁੱਲ ਚੁੱਕ ਦੀ ਖਿਮਾ ਬਖਸ਼ਿਸ਼ ਕਰਨ। ਸਰਬੱਤਮਾਈ ਭਾਈ ਉਚਾਰਨ ਕਰੋ ਜੀ, ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।